ਭਗਤ ਕਬੀਰ ਜੀ 106 ਨੰਬਰ ਸ਼ਲੋਕ ਵਿੱਚ ਫਰਮਾਨ ਕਰਦੇ ਹਨ, ਕਬੀਰ ਹਰਿ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਇਨਸਾਨ ਹਾਂ। ਇਹ ਵੀ ਸਾਰੇ ਮੰਨਦੇ ਹਾਂ ਕਿ 84 ਲੱਖ ਜੂਨੀਆਂ ਵਿੱਚੋਂ ਇਨਸਾਨੀ ਜੂਨ ਸ਼੍ਰੋਮਣੀ ਹੈ। ਇਸ ਗੱਲ ਦਾ ਵੀ ਸਭ ਨੂੰ ਪਤਾ ਹੈ ਕਿ ਇਹ ਜ਼ਿੰਦਗੀ ਦੁਨੀਆ ਦੀ ਕੋਈ ਵੀ ਦੌਲਤ ਰਾਹੀਂ ਮੁੱਲ ਤਾਰ ਕੇ ਖਰੀਦੀ ਜਾਣ ਵਾਲੀ ਨਹੀਂ। ਇਸ ਤੋਂ ਬਾਅਦ ਹਰ ਇਨਸਾਨ ਇਹ ਵੀ ਜਾਣਦਾ ਹੈ ਕਿ ਇਹ ਜ਼ਿੰਦਗੀ ਇੱਕ ਗਿਣਿਆ ਮਿਥਿਆ ਸਮਾਂ ਹੈ। ਬੇਸ਼ੱਕ ਸਾਨੂੰ ਪਤਾ ਨਹੀਂ ਕਿ ਸਾਡੀ ਮਿਆਦ ਕਿੰਨੀ ਹੈ, ਪਰ ਇੱਕ ਗੱਲ ਨਿਸ਼ਚਿਤ ਹੈ ਕਿ ਇੱਕ ਘੜੀ ਆਵੇਗੀ ਜਦ ਇਸ ਸਰੀਰ ਦਾ ਜੀਵਨ ਸਮਾਪਤ ਹੋ ਜਾਣਾ ਹੈ। ਨਾ ਕੋਈ ਸਦਾ ਬੈਠ ਰਿਹਾ ਹੈ, ਨਾ ਕਿਸੇ ਨੇ ਸਦਾ ਬੈਠ ਰਹਿਣਾ ਹੈ। ਇਹ ਜ਼ਿੰਦਗੀ ਦੀਆਂ ਕੁਝ ਅਟੱਲ ਸੱਚਾਈਆਂ ਨੇ। ਇਸ ਦੇ ਨਾਲ ਨਾਲ ਹਰ ਸੋਚਣ ਵਾਲਾ ਇਨਸਾਨ ਇਹ ਵੀ ਜਾਣਦਾ ਹੈ ਕਿ ਦੁਨੀਆ ਦਾ ਕੋਈ ਪਦਾਰਥ, ਕੋਈ ਸੰਗੀ ਸਾਥੀ, ਕੋਈ ਕੁਟੰਬ ਕਬੀਲਾ ਕਦੀ ਕਿਸੇ ਦੇ ਨਾਲ ਅੰਤਕਾਲ ਬਿਲਕੁਲ ਨਹੀਂ ਨਿਭ ਸਕਿਆ। ਮੇਰੇ ਸਾਥ ਵੀ ਨਹੀਂ ਨਿਭੇਗਾ। ਇਸ ਤੋਂ ਅਗਾਂਹ ਫਿਰ ਥੋੜ੍ਹੀ ਵੀ ਸੁਰਤ ਸਹੀ ਪਾਸੇ ਲਗਾਉਣ ਵਾਲਿਆਂ ਨੂੰ ਇਹ ਵੀ ਪਤਾ ਹੈ ਕਿ ਇਸ ਮਨੁੱਖਾ ਜਨਮ ਦਾ ਅਸਲੀ ਮਨੋਰਥ ਕੀ ਹੈ, ਕਿਉਂਕਿ ਗੁਰੂ, ਪੀਰ, ਪੈਗੰਬਰ, ਰੱਬੀ ਸੰਦੇਸ਼ ਦੇਣ ਵਾਲੇ ਭਗਤ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਇਸ ਇਨਸਾਨ ਨੂੰ ਸਬਕ ਦੇ ਰਹੇ ਹਨ, ਦਿੰਦੇ ਰਹੇ ਨੇ ਕਿ ਸਭ ਤੋਂ ਉਤਲੇ ਡੰਡੇ ਤੇ ਹੈ ਜੂਨੀਆਂ ਵਿੱਚੋਂ ਤੂੰ। ਇਸ ਜੀਵਨ ਨੂੰ ਵੀ ਇੰਨਾ ਹੀ ਉੱਤਮ ਬਣਾ, ਉੱਤਮ ਢੰਗ ਨਾਲ ਜੀ ਕਿ ਤੂੰ ਨਿਰੰਕਾਰ ਵਿੱਚ ਲੀਨ ਹੋ ਸਕੇ। ਇਸ ਜੀਵਨ ਵਿੱਚ ਵਿਚਰਦਿਆਂ ਹੋਇਆ ਹੀ ਉਸ ਜੀਵਨ ਦੇ ਦਾਤੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਜਿਸ ਜ਼ਿੰਦਗੀ ਨੂੰ ਤੂੰ ਰਸ ਤੋਂ ਖਾਲੀ ਖਾਲੀ, ਰੁੱਖੀ ਰੁੱਖੀ ਬਿਤਾ ਰਿਹਾ ਹੈ, ਇਹ ਇਤਨੀ ਰਸ ਨਾਲ ਭਰ ਸਕਦੀ ਹੈ ਕਿ ਖੁਦ ਤਾਂ ਮਾਣੇ ਹੀ, ਬਲਕਿ ਸੁਤੇ ਸਿੱਧ ਤੇਰੇ ਪਾਸੋਂ ਵੰਡ ਵੀ ਹੋਵੇ। ਜੋ ਵੀ ਤੇਰੇ ਸੰਗ ਸਾਥ ਸੰਪਰਕ ਵਿੱਚ ਆਏ, ਉਸ ਨੂੰ ਵੀ ਤੇਰੇ ਜੀਵਨ ਵਿੱਚੋਂ ਰੱਬੀ ਖੁਸ਼ਬੂਆਂ ਹਾਸਲ ਹੋਣ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਇੰਨਾ ਪਤਾ ਹੋਣ ਦੇ ਬਾਵਜੂਦ ਵੀ
ਕੋਈ ਟਾਵਾਂ ਟਾਵਾਂ ਪੁਰਸ਼ ਹੋਵੇਗਾ ਜਿਹੜਾ ਇਸ ਤੇ ਗੌਰ ਕਰਦਾ ਹੈ, ਜੋ ਅਮਲੀ ਰੂਪ ਵਿੱਚ ਇਹਨਾਂ ਉਪਦੇਸ਼ਾਂ ਨੂੰ ਸੁਣ ਸਮਝ ਮੰਨ ਕੇ ਜੀਵਨ ਵਿੱਚ ਕਮਾਉਣ ਲੱਗ ਪੈਂਦਾ ਹੈ। ਜਿਸ ਨੇ ਕਮਾਇਆ ਉਹ ਹਸਤੀ ਹੀ ਨਿਰਾਲੀ ਦੁਨੀਆ ਵਿੱਚ ਬਣ ਗਈ, ਪਰ ਬਹੁ ਗਿਣਤੀ ਸਭ ਕੁਝ ਜਾਣਦਿਆਂ ਬੁੱਝਦਿਆਂ ਦੇਖਦਿਆਂ ਵੀ ਇਸ ਤੋਂ ਉਲਟ ਚੱਲ ਰਹੀ ਹੈ। ਦਿਖਦਾ ਹੈ ਸਭ ਕੁਝ, ਲੇਕਿਨ ਫਿਰ ਵੀ ਮਨੁੱਖ ਅੰਨਾ ਹੈ। ਕਿੰਨੇ ਲੋਕ ਦੇਖੇ ਜੋ ਕੁਟੁੰਬ, ਕਬੀਲਾ, ਧਨ, ਪਦਾਰਥ, ਪਦਵੀਆਂ, ਸ਼ੋਹਰਤਾਂ ਸਭ ਛੱਡ ਕੇ ਤੁਰ ਗਏ। ਆਪਣੇ ਉੱਪਰ ਇਹ ਗੱਲ ਲਾਗੂ ਕਰਕੇ ਨਾ ਦੇਖੀ ਤਾਂ ਮਨੁੱਖ ਅੰਧਾ ਹੈ। ਉਪਦੇਸ਼ ਦੇ ਬਚਨ ਕਿਸੇ ਆਖੇ ਹੀ ਨਾ ਹੁੰਦੇ ਤਾਂ ਗੱਲ ਹੋਰ ਸੀ, ਲੇਕਿਨ ਭਗਤ ਜਨ ਤਾਂ ਕਹਿੰਦੇ ਰਹੇ ਨੇ, ਬਹੁਬਿਧ ਕਹਿਓ ਪੁਕਾਰ ਪੁਕਾਰ। ਇੱਕ ਢੰਗ ਨਾਲ ਨਹੀਂ, ਜਿਵੇਂ ਬਣ ਆਇਆ। ਹਰ ਹੀਲੇ ਵਸੀਲੇ ਦੁਨੀਆ ਨੂੰ ਉਪਦੇਸ਼ ਦਿੱਤਾ ਹੈ। ਅਸੀਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਵਿਚਾਰਦੇ ਵੀ ਹਾਂ, ਗਾਉਂਦੇ ਵੀ ਹਾਂ, ਲੇਕਿਨ ਕਮਾਉਂਦੇ ਨਹੀਂ। ਇਸ ਦਾ ਮਤਲਬ ਹੈ ਕੰਨ ਹੁੰਦਿਆਂ ਸਭ ਕੁਝ ਸੁਣਦਿਆਂ ਵੀ ਅਸੀਂ ਸੁਣਿਆ ਕੁਝ ਨਹੀਂ। ਅਸੀਂ ਬੋਲੇ ਦੇ ਬੋਲੇ ਹੀ। ਅੱਖਾਂ ਹੁੰਦਿਆਂ ਅਸੀਂ ਦੇਖਦੇ ਨਹੀਂ, ਕੰਨ ਹੁੰਦਿਆਂ ਅਸੀਂ ਸੁਣਦੇ ਨਹੀਂ। ਲੱਖ ਵਾਰੀ ਇਹ ਉਪਦੇਸ਼ ਕੰਨੀ ਪਿਆ ਹੋਵੇਗਾ, ਇਸ ਰਸਨਾ ਨੂੰ ਰਸ ਨਾਲ ਭਰ ਲੈ। ਉਸ ਰਸ ਦੇ ਮਾਲਕ ਦੇ ਜਸ ਵਿੱਚ ਜੁੜ, ਲੇਕਿਨ ਗਾਇਆ ਕਿਸ ਨੇ? ਰਸ ਮਾਣਿਆ ਹੀ ਨਹੀਂ। ਰਸਨਾ ਹੁੰਦਿਆਂ ਵੀ ਰਸ ਤੋਂ ਖਾਲੀ। ਇਸ ਤਰ੍ਹਾਂ ਦੀ ਅਵਸਥਾ ਵਿੱਚ ਬਹੁ ਗਿਣਤੀ ਸੰਸਾਰ ਵਿਚਰ ਰਿਹਾ ਹੈ। ਉਪਦੇਸ਼ ਹੋਰ ਸੁਣਦਾ ਹੈ, ਜ਼ਿੰਦਗੀ ਵਿੱਚ ਕਰਮ ਹੋਰ ਕਮਾਉਂਦਾ ਹੈ। ਇਹ ਤਾਂ ਇੰਝ ਹੀ ਹੈ ਜਿਵੇਂ ਕੋਈ ਨਕਸ਼ਾ ਸਾਹਮਣੇ ਰੱਖ ਕੇ ਬੈਠਾ ਹੋਵੇ ਕਿ ਇਸ ਰਾਹ ਤੇ ਚੱਲਿਆਂ ਐਸ ਮੰਜ਼ਿਲ ਤੇ ਐਨੇ ਕੁ ਸਮੇਂ ਵਿੱਚ ਪਹੁੰਚ ਜਾਈਦਾ ਹੈ, ਲੇਕਿਨ ਤੁਰੇ ਉਲਟੇ ਪਾਸੇ ਵੱਲ ਤੇ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ। ਦੋਸ਼ ਕਿਸੇ ਦੂਸਰੇ ਦਾ ਨਹੀਂ, ਇਸ ਦਾ ਆਪਣਾ ਹੈ। ਭਗਤ ਕਬੀਰ ਜੀ ਨੇ ਸਿਮਰਨ ਦਾ ਉਪਦੇਸ਼ ਬਾਰ-ਬਾਰ ਦਿੱਤਾ ਹੈ। ਇਹ ਵੀ ਯਾਦ ਕਰਵਾਇਆ ਹੈ ਕਿ ਸਿਮਰਨ ਬਿਲਕੁਲ ਇਹ ਨਹੀਂ ਕਿ ਮਾਲਾ ਦੇ ਮਣਕੇ ਤੇਜ਼ੀ ਨਾਲ ਘੁੰਮ ਰਹੇ ਨੇ, ਕਿ ਉੱਚੀ ਉੱਚੀ ਰੌਲਾ ਪਾ ਕੇ ਉਸ ਨੂੰ ਪੁਕਾਰ ਰਿਹਾ ਹੈ। ਇਹ ਸਭ ਭੇਡ ਚਾਲਾਂ ਨੇ। ਉਹ ਕੋਈ ਦੂਰ ਥੋੜੀ ਹੈ। ਕੇਵਲ ਯਾਦ ਕਰਨ ਦੀ ਜ਼ਰੂਰਤ ਹੈ। ਤੇਰੇ ਰੋਏ ਰੋਏ ਵਿੱਚ ਉਹੀ ਤਾਂ ਸ਼ਕਤੀ ਹੈ। ਤੂੰ ਕੋਈ ਆਪ ਵੀ ਉਸ ਤੋਂ ਅਲੱਗ ਨਹੀਂ। ਤੈਨੂੰ ਸਿਮਰਤੀ ਭੁੱਲ ਗਈ ਹੈ, ਯਾਦ ਭੁੱਲ ਗਈ ਹੈ। ਇਹੀ ਤਾਂ ਸਿਮਰਨ ਹੈ, ਯਾਦ ਕਰ ਲੈਣਾ। ਹੁਣ ਆਪਣੇ ਆਪ ਨੂੰ ਮਹਿਸੂਸ ਕਰਨਾ ਸ਼ੁਰੂ ਕਰੋ। ਉਸ ਰਸ ਵਿੱਚ ਭਿੱਜ ਜਾਓਗੇ। ਪਰ ਮਨੁੱਖ ਦੀ ਅਵਸਥਾ
ਜਿਸ ਵਿੱਚ ਇਹ ਵਿਚਰ ਰਿਹਾ ਹੈ, ਉਸ ਨੂੰ ਦੇਖ ਕੇ ਭਗਤ ਕਬੀਰ ਜੀ ਨੇ ਸਾਵਧਾਨ ਕਰਨ ਲਈ ਇਹ ਬਚਨ ਕਹੇ ਨੇ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਰੱਬ ਦੀ ਯਾਦ ਇਸਨੇ ਵਿਸਾਰ ਹੀ ਦਿੱਤੀ। ਇਹ ਨਹੀਂ ਕਿ ਇਹਦੇ ਹੱਥ ਮਾਲਾ ਨਹੀਂ ਤਾਂ ਕਹਿ ਰਹੇ ਹਨ, ਜਾਂ ਇਹ ਉੱਚੀ ਉੱਚੀ ਨਹੀਂ ਰੱਬ ਦਾ ਨਾਮ ਬੋਲਦਾ, ਨਹੀਂ ਨਹੀਂ, ਯਾਦ ਭੁਲਾ ਬੈਠਾ ਹੈ। ਤੇ ਉਸ ਮਾਲਕ ਤੋਂ ਬਿਨਾਂ ਸਹਾਈ ਹੋਣ ਵਾਲਾ ਕੋਈ ਨਹੀਂ। ਇਸ ਨੇ ਇੱਕ ਭੁਲੇਖਾ ਪਾਲ ਲਿਆ ਕਿ ਇਹ ਕੁਟੁੰਬ, ਇਹ ਕਬੀਲਾ, ਇਹ ਪਰਿਵਾਰ ਇਸ ਨੇ ਹੀ ਮੇਰੇ ਕੰਮ ਆਉਣਾ ਹੈ। ਸਮਾਜਿਕ ਤੌਰ ਤੇ ਪਰਿਵਾਰ ਇੱਕ ਇਕਾਈ ਹੈ, ਇੱਕ ਸੰਗਠਨ ਹੈ। ਪਰਿਵਾਰ ਦੀ ਆਪਣੀ ਮਹੱਤਤਾ ਹੈ, ਇਸ ਤੋਂ ਇਨਕਾਰ ਨਹੀਂ। ਪਰਿਵਾਰ ਦੇ ਜੀ ਅਗਰ ਸਾਰੇ ਜ਼ਿੰਮੇਵਾਰੀ ਨੂੰ ਸਮਝਦੇ ਹੋਣ ਤਾਂ ਸੰਸਾਰਕ ਜੀਵਨ ਕੁਝ ਸੁਖਾਲਾ ਹੋ ਜਾਂਦਾ ਹੈ। ਪਤੀ ਕਮਾਈ ਕਰਕੇ ਲਿਆਇਆ ਹੈ, ਪਤਨੀ ਨੇ ਘਰ ਸੰਭਾਲਿਆ ਹੈ, ਭੋਜਨ ਤਿਆਰ ਕੀਤਾ ਹੈ, ਬਸਤਰ ਧੋਤੇ ਨੇ, ਪ੍ਰੈਸ ਕੀਤੇ ਨੇ, ਬੱਚੇ ਪੈਦਾ ਹੋਏ ਨੇ, ਉਹਨਾਂ ਦੀ ਪਰਵਰਿਸ਼ ਕਰ ਰਹੇ ਹਨ। ਅਗਾਂਹ ਮਾਤਾ ਪਿਤਾ ਤੇ ਬੁਢਾਪਾ ਆ ਰਿਹਾ ਹੈ, ਬੱਚੇ ਜਵਾਨ ਹੋ ਰਹੇ ਨੇ, ਉਹ ਸੇਵਾ ਸੰਭਾਲ ਕਰਦੇ ਨੇ। ਸੰਸਾਰਕ ਜੀਵਨ ਸੁਖਾਵਾਂ ਬਣਾਉਣ ਲਈ ਪਰਿਵਾਰ ਸੰਗਠਨ ਹੈ, ਇੱਕ ਇਕਾਈ ਹੈ ਔਰ ਚੰਗੀ ਹੈ। ਲੇਕਿਨ ਜੇ ਹਰ ਇੱਕ ਦਾ ਮੂੰਹ ਆਪਣੀ ਆਪਣੀ ਦਿਸ਼ਾ ਵੱਲ ਹੈ, ਕੋਈ ਕਿਸੇ ਦੀ ਬਾਤ ਹੀ ਨਹੀਂ ਪੁੱਛਦਾ, ਤੇ ਉਸ ਪਰਿਵਾਰ ਨੂੰ ਵੀ ਕੀ ਕਰਨਾ ਹੈ? ਕੋਈ ਅਰਥ ਨਹੀਂ ਉਸ ਦਾ। ਕਬੀਰ ਜੀ ਇਸ ਤੋਂ ਵੀ ਅਗਾਂਹ ਸਾਡੀ ਸੁਰਤ ਨੂੰ ਲਿਜਾ ਰਹੇ ਹਨ। ਉਹ ਕਹਿੰਦੇ ਨੇ, ਮੈਂ ਤਾਂ ਇੱਕ ਕਸਵੱਟੀ ਰੱਖ ਲਈ ਹੈ, ਉਹ ਹੈ ਮੌਤ। ਹਾਲਾਂਕਿ ਛੋਟੀਆਂ ਮੋਟੀਆਂ ਕਸਵੱਟੀਆਂ ਇਸ ਤੋਂ ਪਹਿਲੇ ਵੀ ਨੇ, ਕੰਮ ਉਹ ਵੀ ਪੂਰਾ ਕਰਦੀਆਂ ਨੇ ਜੇ ਦੇਖਣ ਵਾਲਾ ਇਨਸਾਨ ਹੋਵੇ। ਸਰੀਰ ਨੂੰ ਕੋਈ ਰੋਗ ਆਣ ਚੰਬੜਿਆ, ਰੋਗ ਇਸ ਲਈ ਲੱਗਾ ਕਿ ਇਹ ਹਰ ਵੇਲੇ ਮੰਦੀਆਂ ਸੋਚਾਂ 'ਚ ਮੰਦੇ ਕੰਮ ਕਰਦਾ ਰਿਹਾ। ਪਰਿਵਾਰ ਲਈ ਹੋਰ ਇਕੱਠਾ ਕਰਨਾ, ਸਰੀਰ ਦੇ ਆਰਾਮ ਦੀ ਵੀ ਪਰਵਾਹ ਨਾ ਕੀਤੀ, ਖੁਰਾਕ ਦੀ ਪਰਵਾਹ ਨਾ ਕੀਤੀ, ਆਪਣੀ ਸੇਵਾ ਸੰਭਾਲ ਦਾ ਖਿਆਲ ਨਾ ਰੱਖਿਆ। ਕੁਟੁੰਬ ਲਈ ਬਹੁਤ ਇਕੱਠਾ ਹੋ ਜਾਏ, ਆਖਰ ਇੱਕ ਸਮਾਂ ਆਇਆ ਸਰੀਰ ਰੋਗੀ ਹੋ ਗਿਆ, ਪਰਿਵਾਰ ਦੇ ਜੀ ਕੁਛ ਵੀ ਨਾ ਕਰ ਸਕੇ। ਇਹ ਸਾਡੀ ਸਭ ਤੋਂ ਵੱਡੀ ਮੂਰਖਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਕਈ ਵਾਰੀ ਦਾਅ 'ਤੇ ਹੀ ਲਾ ਦਿੰਦੇ ਹਾਂ। ਜਿਸ ਵੇਲੇ ਕੋਈ ਭਿਅੰਕਰ ਰੋਗ ਪਕੜ ਲੈਂਦਾ ਹੈ, ਜੇ ਹਮਦਰਦੀ ਕਰਨ ਵੀ ਤਾਂ ਕੁਟੁੰਬ ਦੇ ਜੀ ਹਾਲ ਚਾਲ ਪੁੱਛਣ ਤੋਂ ਵੱਧ ਕੀ ਕਰ ਲੈਣਗੇ। ਹੋ ਸਕਦਾ ਹੈ ਬਿਮਾਰੀ ਐਸੀ ਹੋਵੇ ਕੋਈ ਦਾਰੂ ਦਵਾ ਵੀ ਕੰਮ ਨਾ ਕਰੇ। ਬਹੁਤ ਲੋਕਾਂ ਨੇ ਆਪਣਾ ਸਰੀਰ ਆਪ ਖਰਾਬ ਕੀਤਾ ਹੈ, ਔਰ ਜਿਸ ਵੇਲੇ ਖਰਾਬ ਕਰ ਰਹੇ ਸਨ ਉਸ ਵੇਲੇ ਤਿੰਨਾਂ ਦੀ ਦਲੀਲ ਸੀ ਕੁਟੁੰਬ ਲਈ ਕੁਝ ਕਰਨਾ, ਬਣਾਉਣਾ ਹੈ ਕੁਝ। ਮਹੱਲ ਖੜੇ ਕਰ ਲੈ, ਅੰਦਰ ਮੰਜੇ ਤੇ ਪਿਆ ਹੈ, ਚੱਲ ਫਿਰ ਵੀ ਨਹੀਂ ਹੁੰਦਾ। ਕੀ ਫਾਇਦਾ ਹੈ ਇਹਨਾਂ ਮਹੱਲਾਂ ਦਾ? ਸਭ ਤੋਂ ਅਮੋਲਕ ਜੀਵਨ ਤੈਨੂੰ ਮਿਲਿਆ, ਪਹਿਲੇ ਇਸ ਦੀ ਮਹਾਨਤਾ ਤਾਂ ਜਾਣ। ਕਿਉਂ ਸਰੀਰ ਖਰਾਬ ਕਰਨਾ? ਕੁਟੁੰਬ ਕਬੀਲਾ ਵੀ ਕੰਮ ਨਹੀਂ ਆਉਂਦਾ। ਸਧਾਰਨ ਕਸਵੱਟੀ ਬਿਮਾਰੀ ਦੀ ਰੱਖ ਲਓ ਤਾਂ ਵੀ ਨਹੀਂ ਆਉਂਦਾ, ਮੌਤ ਤਾਂ ਦੂਰ। ਕਬੀਰ ਜੀ ਕਹਿੰਦੇ ਨੇ, ਜਦੋਂ ਮੌਤ ਆਉਂਦੀ ਏ, ਪਰਿਵਾਰ ਦੇ ਜੀ ਵੀ
ਆਪਸ ਵਿੱਚ ਵੰਡੀਆਂ ਪਾਉਣ ਦਾ ਇੰਤਜ਼ਾਮ ਪਹਿਲੇ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਜੋ ਇਸ ਨੇ ਬਣਾਇਆ ਹੈ ਇਸ ਵਿੱਚੋਂ ਕਿੰਨਾ ਹਿੱਸਾ ਮੇਰਾ ਹੈ। ਕਦੀ ਸੋਚਿਆ ਹੈ ਕਿ ਇਸ ਦੇ ਪਿੱਛੇ ਬੁਨਿਆਦੀ ਗੱਲ ਕੀ ਹੈ? ਉਹ ਇਹ ਹੈ ਕਿ ਇਹ ਛੱਡ ਕੇ ਜਾਏਗਾ ਤਾਂ ਸਾਡਾ ਬਣੇਗਾ। ਇਹਨਾਂ ਨੂੰ ਆਪਣੇ ਆਖਦਾ ਹੈ। ਕਬੀਰ ਜੀ ਕਹਿੰਦੇ ਨੇ, ਹਰ ਬਿਨ ਕੋਈ ਸਹਾਈ ਹੋਣ ਵਾਲਾ ਨਹੀਂ। ਤੂੰ ਕੁਟੰਬ ਪਾਲਣ ਦੇ ਬਹਾਨੇ ਅਗਰ ਸਿਮਰਨ ਛੱਡ ਦਿੱਤਾ ਹੈ, ਮਾਲਕ ਦੀ ਯਾਦ ਭੁਲਾ ਦਿੱਤੀ ਹੈ, ਕੰਮ ਛੱਡਣ ਨੂੰ ਕਬੀਰ ਜੀ ਨਹੀਂ ਕਹਿ ਰਹੇ। ਕਿਰਤ ਕਰਨੀ ਹੈ ਪਰ ਕਰਤਾਰ ਨੂੰ ਚੇਤੇ ਰੱਖਣਾ ਵੀ ਲਾਜ਼ਮੀ ਹੈ। ਫਿਰ ਤੂੰ ਸੁੱਚੀ ਕਿਰਤ ਕਰੇਗਾ, ਜੋ ਉਸ ਮੁਸ਼ੱਕਤ ਦੇ ਬਦਲੇ ਮਿਲੇਗਾ ਸ਼ੁਕਰ ਕਰੇਗਾ ਮਾਲਕ ਦਾ, ਪਰਿਵਾਰ ਵਿੱਚ ਵੰਡ ਕੇ ਛਕੇਗਾ, ਬੜੀ ਚੰਗੀ ਗੱਲ ਹੈ। ਲੇਕਿਨ ਕੁਟੰਬ ਨੂੰ ਬਹਾਨਾ ਬਣਾ ਕੇ ਤੂੰ ਬੇਈਮਾਨੀਆਂ ਕਰੇ ਕਿ ਵਪਾਰ ਵਿੱਚ ਜੀ ਕੁਝ ਨਾ ਕੁਝ ਤਾਂ ਹੇਰਾ ਫੇਰੀ ਕਰਨੀ ਪਵੇਗੀ, ਪਰਿਵਾਰ ਜੋ ਪਾਲਣਾ। ਜਿਸ ਪਾਸੋਂ ਸੁਣੋ ਇੱਕੋ ਹੀ ਬਹਾਨਾ ਹੈ, ਪਰਿਵਾਰ ਤੇ ਪਾਲਣਾ ਹੈ ਨਾ। ਜਿਵੇਂ ਪਾਲਣ ਵਾਲਾ ਇਹੀ ਹੋਵੇ। ਕਈ ਇੱਥੇ ਪਾਲਦੇ ਤੁਰ ਗਏ, ਖੁਦ ਆਪਾ ਨਾ ਪਾਲ ਸਕੇ। ਸਤਿਗੁਰੂ ਜੀ ਦਾ ਫਰਮਾਨ ਹੈ, ਖਿਆਲ ਰੱਖ ਤੇਰਾ ਸਹਾਈ ਕਿਸੇ ਨੇ ਨਹੀਂ ਬਣਨਾ। ਹਰ ਬਿਨ ਕੌਣ ਸਹਾਈ ਮਨ ਕਾ। ਦੱਸ ਕੌਣ ਹੈ ਰੱਬ ਤੋਂ ਬਿਨਾਂ ਜੋ ਤੇਰੀ ਬਾਂਹ ਅੰਤਕਾਲ ਪਕੜ ਸਕੇ। ਮਾਤ ਪਿਤਾ ਭਾਈ ਸੁਤ ਬਨਿਤਾ, ਹਿਤ ਲਾਗੋ ਸਭ ਫਨ ਕਾ। ਚਾਹੇ ਮਾਂ ਹੈ ਚਾਹੇ ਬਾਪ ਹੈ, ਭਾਵੇਂ ਭਰਾ ਨੇ, ਬੇਸ਼ੱਕ ਪੁੱਤਰ ਹੈ ਕਿ ਧੀਆਂ ਨੇ, ਕਿ ਪਤਨੀ ਹੈ ਕਿ ਪਤੀ ਹੈ, ਹਿਤ ਲਾਗੋ ਸਭ ਫਨ ਕਾ। ਕੋਈ ਅੰਤਕਾਲ ਕੰਮ ਆਉਣ ਵਾਲਾ ਨਹੀਂ। ਇਹ ਮਿੱਥੇ ਹੋਏ ਸਮੇਂ ਦੇ ਰਿਸ਼ਤੇ ਹਨ। ਮਨੁੱਖ ਲੰਮੀਆਂ ਸੋਚਾਂ ਲਗਾ ਕੇ ਬੈਠ ਜਾਂਦਾ, ਮੇਰਾ ਨਾਂ ਸੰਤਾਨ ਦੇ ਨਾਲ ਬਣਿਆ ਰਹੇਗਾ। ਭੁਲੇਖਾ ਜੇ। ਈਮਾਨਦਾਰੀ ਨਾਲ ਆਪਣੇ ਬਜ਼ੁਰਗਾਂ ਦੇ ਨਾਮ ਯਾਦ ਕਰਨੇ ਸ਼ੁਰੂ ਕਰੋ। ਕਿੰਨੀਆਂ ਕੁ ਪੀੜ੍ਹੀਆਂ ਤੱਕ ਨਾਮ ਚੇਤੇ ਨੇ। ਕਈ ਆਏ ਕਈ ਤੁਰ ਗਏ। ਇਸ ਕੁਟੰਬ ਕਬੀਲੇ ਦੇ ਮੋਹ ਵਿੱਚ ਕਰਤਾਰ ਨੂੰ ਨਾ ਭੁੱਲ ਜਾਈਂ। ਕਬੀਰ ਜੀ ਨੇ ਆਖਿਆ, ਮੈਂ ਜਦੋਂ ਸੰਸਾਰ ਦੀ ਹਾਲਤ ਵੇਖਦਾ ਹਾਂ ਤਾਂ ਬਹਾਨਾ ਇਹੀ ਲਾਉਂਦਾ ਹੈ, ਪਰਿਵਾਰ ਲਈ ਕੁਝ ਬਣਾਉਣਾ ਹੈ। ਫਿਰ ਰਚਦਾ ਹੈ ਪ੍ਰਪੰਚ ਠੱਗੀਆਂ। ਉਹ ਵਪਾਰ ਵਿੱਚ ਕਰੇ ਕਿ ਧਰਮ ਦੇ ਨਾਂ ਤੇ ਕਰੇ। ਬੜੀ ਠੱਗੀ ਚੱਲਦੀ ਹੈ। ਔਰ ਲੋਕਾਂ ਦੀ ਮੂਰਖਤਾ ਦੀ ਵੀ ਕੋਈ ਹੱਦ ਨਹੀਂ। ਕੋਈ ਆਖਦਾ ਹਵਾ 'ਚ ਉਡਾ ਦਿਆਂਗਾ, ਉਸਨੂੰ ਆਖੋ ਪਹਿਲੇ ਤੂੰ ਉੱਡ। ਚੇਲਿਆਂ ਨੂੰ ਹਿਪਨੋਟਾਈਜ਼ ਕਰ ਰਿਹਾ ਹੈ, ਖੁਦ ਉੱਡ। ਅਜੇ ਕੱਲ੍ਹ ਦੀ ਹੀ ਖਬਰ ਹੈ। ਟਪੂਸੀਆਂ ਮਾਰਦੇ ਨੇ ਲੋਕ, ਕਿਉਂਕਿ ਸਬ ਕੌਂਸ਼ੀਅਸ ਮਾਈਂਡ ਵਿੱਚ ਇੱਕ ਵਿਚਾਰ ਭਰ ਦਿੱਤਾ ਗਿਆ ਹੈ। ਪਹਿਲਾਂ ਇਸ ਉਡਾਉਣ ਵਾਲੇ ਨੂੰ ਆਖੋ ਕਿ ਸਵਾਮੀ ਜੀ ਤੁਸੀਂ ਉਡਾਰੀ ਭਰੋ, ਔਰ ਉੱਡਣ ਦੀ ਸਮਰੱਥਾ ਹੈ ਤਾਂ ਏਅਰਲਾਈਨਾਂ ਬੰਦ ਕਰ ਦਿੰਦੇ ਆ। ਸਵਾਰੀਆਂ ਢੋਣ ਦਾ ਕੰਮ ਕਰੋ, ਕਿਤੇ ਲੋਕਾਂ ਦਾ ਭਲਾ ਹੋਵੇਗਾ। ਲੇਕਿਨ ਬੜੀ ਠੱਗੀ ਪ੍ਰਪੰਚ ਦੁਨੀਆ ਅੰਦਰ ਚੱਲ ਰਿਹਾ ਹੈ, ਔਰ ਬਿਨਾਂ ਸੋਚੇ ਲੋਕ ਧਰਮ ਦੇ ਥਾਂ ਭਰਮ ਦੀ ਪੂਜਾ ਕਰ ਰਹੇ ਹਨ। ਕਈਆਂ ਟਪੂਸੀਆਂ ਮਾਰੀਆਂ, ਉੱਡ ਇੱਕ ਵੀ ਨਾ ਸਕਿਆ। ਮਾਲਕ ਨੇ ਇਹੀ ਕੰਮ ਦੇਣਾ ਹੁੰਦਾ ਤਾਂ ਉਹ 2 ਖੰਭ ਲਗਾ ਦਿੰਦਾ। ਪੰਛੀਆਂ ਦੇ ਲਗਾਏ ਸਨ, ਕਿੰਨੀ ਕੁ ਵੱਡੀ ਗੱਲ ਸੀ। ਰੱਬੀ ਉਡਾਰੀ ਭਰਨ ਦੀ ਜਾਚ ਸਿੱਖ ਤੇ ਅਗਾਂਹ ਦੁਨੀਆ ਨੂੰ ਸਿਖਾ, ਫਿਰ ਤਾਂ ਕੋਈ ਗੱਲ ਹੋਈ। ਔਰ ਉਹ ਸੁਰਤ ਦੀ ਉਡਾਰੀ ਹੈ, ਲੱਗ ਵੀ ਸਕਦੀ ਏ,
ਸਮਝਾਈ ਵੀ ਜਾ ਸਕਦੀ ਹੈ। ਪਰਿੰਦੇ ਉੱਡਦੇ ਫਿਰਦੇ ਨੇ, ਕੀ ਹੋ ਗਿਆ? ਫਰਜ਼ ਕਰੋ ਤੂੰ ਉੱਡ ਵੀ ਲਵੇ, ਫਿਰ ਕੀ ਹੋ ਗਿਆ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਘਟਨਾ ਹੈ। ਦਰਿਆ ਪਾਰ ਕਰਨਾ ਹੈ, ਨਾਲ ਕੁਝ ਸਾਥੀ ਨੇ, ਇੱਕ ਜੋਗੀ ਮਿਲ ਗਿਆ ਹੈ। ਮਹਿਮਾ ਉਸਨੇ ਸੁਣ ਰੱਖੀ ਸੀ, ਨਾਲ ਨਾਲ ਹੋ ਤੁਰਿਆ। ਮਹਾਰਾਜ ਕਿੱਧਰ ਜਾਣਾ ਹੈ? ਹਜ਼ੂਰ ਆਖਣ ਲੱਗੇ, ਨਦੀ ਪਾਰ ਕਰਨੀ ਹੈ। ਕਿਵੇਂ ਕਰੋਗੇ? ਮਲਾਹ ਨੂੰ ਆਖਾਂਗੇ, ਬੇੜੀ ਵਿੱਚ ਬੈਠਾਂਗੇ, ਮਜ਼ਦੂਰੀ ਦੇਵਾਂਗੇ, ਪਾਰ ਹੋ ਜਾਵਾਂਗੇ। ਸਤਿਗੁਰਾਂ ਜਵਾਬ ਦਿੱਤਾ। ਉਸਨੇ ਆਖਿਆ, ਮੈਂ ਵੀ ਨਦੀ ਪਾਰ ਕਰਨੀ ਹੈ। ਸਭ ਕਹਿਣ ਲੱਗੇ, ਸਾਡੇ ਨਾਲ ਤੂੰ ਵੀ ਬੈਠ ਜਾਈਂ। ਨਹੀਂ ਜੀ ਨਹੀਂ, ਬੇੜੀ ਵਿੱਚ ਬੈਠ ਕੇ ਪਾਰ ਕੀਤੀ ਤਾਂ ਕੀ ਕੀਤੀ, ਮੈਂ ਪਾਣੀ ਤੇ ਤੁਰ ਸਕਦਾ। ਸਤਿਗੁਰੂ ਆਖਣ ਲੱਗੇ, ਤੇਰੀ ਮੌਜ, ਅਸੀਂ ਕਿਉਂ ਦਖਲ ਦੇਵੀਏ ਤੇਰੀ ਜ਼ਿੰਦਗੀ ਵਿੱਚ? ਠੀਕ। ਕਹਿੰਦੇ ਨੇ ਸਤਿਗੁਰੂ ਤੇ ਨਾਲ ਦੇ ਸਿੰਘ ਬੇੜੀ 'ਚ ਸਵਾਰ ਹੋ ਨਦੀਓਂ ਪਾਰ ਹੋ ਗਏ। ਇਹ ਪਾਣੀ ਤੇ ਤੁਰ ਕੇ ਲੰਘ ਗਿਆ। ਕੁਝ ਪੈਰਾਂ ਨੂੰ ਐਸੀ ਚੀਜ਼ ਲਗਾਈ ਹੋਵੇਗੀ ਜਾਂ ਰੱਬ ਜਾਣੇ ਕੀ ਖੇਡ। ਪਾਰ ਲੱਗਣ ਤੋਂ ਬਾਅਦ ਕਹਿਣ ਲੱਗਾ, ਜੀ ਦੇਖਿਆ ਫਿਰ ਮੈਂ ਤੁਰ ਕੇ ਆ ਗਿਆ। ਸਤਿਗੁਰੂ ਕਹਿਣ ਲੱਗੇ, ਦੇਖਿਆ ਤਾਂ ਹੈ, ਪਰ ਕੋਈ ਇੰਟਰਸਟ ਸਤਿਗੁਰੂ ਜੀ ਨੇ ਨਾ ਲਿਆ। ਜਦੋਂ ਕੋਈ ਦੇਖਿਆ ਰੁਚੀ ਨਹੀਂ ਤੇ ਆਪ ਹੀ ਗੱਲ ਛੇੜ ਲਈ। ਇਹ ਕੋਈ ਮਾਮੂਲੀ ਗੱਲ ਨਹੀਂ ਜੀ, ਬੜੀ ਘਾਲਣੀ ਪੈਂਦੀ ਹੈ ਪਾਣੀ ਤੇ ਚੱਲਣ ਵਾਸਤੇ। ਹਜ਼ੂਰ ਕਹਿਣ ਲੱਗੇ, ਕੀ ਕਰਨਾ ਪਿਆ? ਕਹਿੰਦਾ ਜੀ 12 ਸਾਲ ਲੱਗੇ ਨੇ, ਗਰਮੀਆਂ 'ਚ ਧੂਣੀਆਂ ਤਪਾ, ਵਿਸ਼ੇਸ਼ ਮੰਤਰਾਂ ਦਾ ਜਾਪ ਕੀਤਾ, ਸਰਦੀਆਂ 'ਚ ਪਾਣੀ 'ਚ ਖੜੋਤਾ ਰਿਹਾ, ਬਰਫਾਂ ਤੇ ਵੀ ਲੇਟਣਾ ਪਿਆ। 12 ਸਾਲ ਲੱਗੇ ਨੇ ਤੇ ਤਾਂ ਇਹ ਸਿੱਧੀ ਪ੍ਰਾਪਤ ਹੋਈ ਹੈ, ਮੈਂ ਪਾਣੀ ਤੇ ਚੱਲ ਸਕਦਾ। ਹੈ ਨਾ ਗੱਲ ਕਮਾਲ ਦੀ? ਸਤਿਗੁਰੂ ਕਹਿਣ ਲੱਗੇ, ਕਮਾਲ ਦੀ ਤਾਂ ਨਹੀਂ, ਤੇਰੇ ਤੇ ਤਰਸ ਆਉਂਦਾ ਹੈ। ਕਿਉਂ? ਜੋਗੀ ਨੇ ਪੁੱਛਿਆ, ਕਿਉਂ? ਹਜ਼ੂਰ ਆਖਣ ਲੱਗੇ, ਤਰਸ ਇਸ ਲਈ ਆਉਂਦਾ ਹੈ, ਦੇਖ ਅਸੀਂ ਸਿੰਘਾਂ ਸਮੇਤ ਬੇੜੀ ਵਿੱਚ ਬੈਠ ਕੇ ਪੂਰਾ ਜਥਾ ਪਾਰ ਲੰਘ ਆਏ ਹਾਂ ਤੇ ਟਕਾ ਵੀ ਕੀਮਤ ਨਹੀਂ ਅਦਾ ਕਰਨੀ ਪਈ, ਪੈਸੇ ਨਾਲ ਹੀ ਸਰ ਗਿਆ। ਮਜ਼ਦੂਰੀ ਦਿੱਤੀ, ਮਲਾਹ ਵੀ ਖੁਸ਼, ਅਸੀਂ ਵੀ ਲੰਘ ਆਏ। ਜਿਹੜਾ ਕੰਮ ਇੱਕ ਟਕੇ ਲਈ ਜਾਂ ਪੈਸੇ ਨਾਲ ਕੀਤਾ ਜਾ ਸਕਦਾ ਹੋਵੇ, ਉਸ ਦੀ ਖਾਤਰ ਜ਼ਿੰਦਗੀ, ਅਮੋਲਕ ਜ਼ਿੰਦਗੀ ਦੇ 12 ਸਾਲ ਬਰਬਾਦ ਕਰ ਦੇਣੇ ਕੋਈ ਅਕਲਮੰਦੀ ਦਾ ਕੰਮ ਨਹੀਂ। ਪੰਛੀ ਉੱਡਦੇ ਫਿਰਦੇ ਨੇ, ਪਰ ਇਹ ਪਾਖੰਡ ਕਰਕੇ ਧਨ ਕਮਾਉਣ ਵਾਲੇ ਕਹਿੰਦੇ ਬੰਦਿਆਂ ਨੂੰ ਅਸੀਂ ਉਡਾ ਦਿਆਂਗੇ। ਉੱਡਿਆ ਇੱਕ ਵੀ ਨਾ। ਜਦੋਂ ਮਨੁੱਖ ਦੇ ਮਨ ਅੰਦਰ ਇੱਕ ਮਾਲਕ ਦੀ ਯਾਦ ਵਿਸਰਦੀ ਹੈ, ਉਹ ਪ੍ਰਪੰਚ ਕਰੇ ਕਿ ਵਪਾਰ ਵਿੱਚ ਧੋਖਾ ਕਰੇ, ਧੋਖਾ ਕਰੇਗਾ। ਤੇ ਪਿੱਛੇ ਮਕਸਦ ਆਪਣੇ ਕੁਟੁੰਬ ਕਬੀਲੇ ਨੂੰ ਪਾਲਣਾ। ਜਿਹੜੇ ਆਖਦੇ ਨੇ ਨਾ ਸਾਡਾ ਪਰਿਵਾਰ ਨਹੀਂ, ਅਸੀਂ ਤਾਂ ਛੱਡ ਆਏ, ਉਹਨਾਂ ਚੇਲਿਆਂ ਦਾ ਪਰਿਵਾਰ ਬਣਾ ਲਿਆ। ਖਾਸ ਖਾਸ ਚੇਲੇ ਜੋ ਸਦਾ ਸਾਥ ਰਹਿੰਦੇ ਨੇ, ਉਹਨਾਂ ਨਾਲ ਮੋਹ ਹੈ। ਡੇਰਿਆਂ ਵਿੱਚੋਂ ਇੰਨਾ ਧਨ ਨਿਕਲਦਾ ਹੈ ਸਾਧ ਦੇ ਮਰ ਜਾਣ ਬਾਅਦ, ਹੀਰੇ ਜਵਾਹਰਾਤ, ਕਿ ਇੱਕ ਵਪਾਰੀ ਦੇ ਪਾਸ ਹੋਣਾ ਬੜਾ ਮੁਸ਼ਕਿਲ ਹੈ। ਕਬੀਰ ਜੀ ਕਹਿੰਦੇ ਨੇ ਨੁਕਤਾ ਤਾਂ ਇਹ ਸੀ ਕਿ ਰੱਬ ਦੀ ਯਾਦ ਬਣਦੀ, ਨਿਰੰਕਾਰ ਨਾਲ ਜੁੜਦਾ, ਲੇਕਿਨ ਗੱਲ ਉਲਟ ਹੋ ਗਈ। ਉਹ ਛੱਡ ਦਿੱਤਾ ਹੈ, ਸਿਮਰਨ ਤੋਂ ਦੂਰ ਕੁਟੁੰਬ ਕਬੀਲਾ ਪਾਲ ਰਿਹਾ। ਕਬੀਰ ਜੀ ਕਹਿੰਦੇ ਨੇ ਸੁਣ, ਬਹੁ ਪਰਪੰਚ ਕਰ ਪਰ ਧਨ ਲਿਆਵੈ। ਬੜੇ ਪਰਪੰਚ ਪਾਖੰਡ ਕਰਕੇ ਧੋਖਾ ਧੜੀ ਦੇ ਅਡੰਬਰ ਰਚ ਕੇ ਪਰਾਇਆ ਧਨ ਇਕੱਤਰ ਕਰ ਰਿਹਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੇ। ਲਿਆ ਕੇ ਬੱਚਿਆਂ ਨੂੰ ਆਖਦਾ ਤੇਰੇ ਲਈ ਇਹ ਬਣਾ ਦਿੱਤਾ ਹੀ,
ਪਤਨੀ ਨੂੰ ਪ੍ਰਸੰਨ ਕਰਦਾ ਹੈ, ਤੇਰੇ ਲਈ ਇਹ ਕੁਝ ਲੈ ਆਂਦਾ ਹੈ, ਗਹਿਣੇ ਬਣਾ ਦਿੱਤੇ ਨੇ ਕਿ ਹੋਰ 4 ਘਰ ਖਰੀਦ ਲਏ ਨੇ। ਬੁਰਾਈ ਨਹੀਂ ਘਰ ਖਰੀਦਣ ਤੇ ਸੋਨਾ ਲੈਣ ਵਿੱਚ, ਜੇ ਉਦਮ ਕਰਕੇ ਨੇਕ ਕਮਾਈ ਨਾਲ ਲਏ ਨੇ, ਪਰ ਇਹ ਪ੍ਰਪੰਚ ਕਰਕੇ ਪਰਾਇਆ ਧਨ ਲੈ ਕੇ ਆਇਆ ਹੈ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਤੇ ਕਬੀਰ ਸਾਹਿਬ ਆਪਣੇ ਅੰਦਰਲੇ ਨੂੰ ਹੀ ਸਮਝਾਉਣ ਲੱਗ ਪਏ, ਕਹਿਣ ਲੱਗੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਮਿੱਤਰਾ, ਜਿਸ ਵੇਲੇ ਹਿਸਾਬ ਦੇਣਾ ਹੈ ਨਾ, ਲੇਖਾ ਚੁਕਾਉਣਾ ਹੈ, ਨਾ ਧੀ ਨਾ ਪੁੱਤਰ ਨਾ ਪਤੀ ਨਾ ਪਤਨੀ ਨਾ ਮਾਂ ਨਾ ਬਾਪ ਨਾ ਭੈਣ ਨਾ ਭਾਈ ਨਾ ਸਾਕ ਸੰਬੰਧੀ ਮਿੱਤਰ ਦੋਸਤ, ਕਿਸੇ ਨੇ ਕੰਮ ਨਹੀਂ ਆਉਣਾ। ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਇਹ ਵੀ ਅਗਾਂਹ ਦੀ ਗੱਲ ਹੈ, ਇੱਥੇ ਦੀ ਸੁਣ ਲੈ। ਇੱਕ ਸਮਾਂ ਆਏਗਾ, ਬੁਢਾਪਾ ਜ਼ੋਰ ਪਾ ਜਾਏਗਾ, ਸਰੀਰ ਦੀ ਸੱਤਿਆ ਨਸ਼ਟ ਹੋ ਜਾਏਗੀ। ਉਸ ਵੇਲੇ ਜੇ ਤੈਨੂੰ 2 ਪ੍ਰਸ਼ਾਦੇ ਘਰ ਦੇ ਜੀ ਦੇਣਗੇ ਵੀ ਨਾ, ਤਾਂ ਆਖਰ ਅੱਕ ਜਾਣਗੇ ਕਿ ਹੁਣ ਬਥੇਰਾ ਸਮਾਂ ਇਸਨੇ ਜੀ ਲਿਆ ਹੈ। ਹਰ ਵੇਲੇ ਇਸ ਦੀ ਸੇਵਾ 'ਚ ਹੀ ਲੱਗੇ ਰਹੀਏ ਕਿ ਕੁਝ ਹੋਰ ਵੀ ਕਰਨਾ। ਸਾਂਭਣ ਨੂੰ ਸਭ ਕੁਝ ਤਿਆਰ ਨੇ, ਲੇਕਿਨ ਧਿਆਨ ਰੱਖ, ਛਿਨ ਛਿਨ ਤਨ ਛੀਜੈ ਜਰਾ ਜਨਾਵੈ। ਪਲ ਪਲ ਕਰਕੇ ਸਰੀਰ ਛਿਜਦਾ ਗਿਆ, ਕਮਜ਼ੋਰ ਪੈਂਦਾ ਗਿਆ। ਬੁਢਾਪੇ ਨੇ ਆਪਣਾ ਆਪਾ ਦਿਖਾ ਦਿੱਤਾ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਉਸ ਵੇਲੇ ਤੇਰੇ ਬੁੱਕ ਵਿੱਚ ਕਿਸੇ ਪਾਣੀ ਵੀ ਸ਼ਾਇਦ ਨਹੀਂ ਪਾਉਣਾ। ਸਾਵਧਾਨ ਹੋ। ਕਬੀਰ ਜੀ ਨੇ ਇੱਕ ਫੈਸਲਾ ਹੀ ਦੇ ਦਿੱਤਾ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਹਿਰਦੇ ਅੰਦਰ ਉਸ ਹਰੀ ਦਾ ਨਾਮ ਜਪ ਕੇ ਚਾਨਣ ਕਿਉਂ ਨਹੀਂ ਕਰ ਲੈਂਦਾ? ਉਸ ਨੂੰ ਯਾਦ ਕਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਮਝਾਇਆ, ਦੇਖ ਯਾਦ ਉਸ ਦੀ ਵਿੱਚ ਜੁੜ, ਉਸੇ ਕੰਮ ਆਉਣਾ ਹੈ। ਰਾਮ ਭਜ ਰਾਮ ਭਜ, ਜਨਮ ਸਿਰਾਤ ਹੈ, ਜਨਮ ਬੀਤਦਾ ਜਾ ਰਿਹਾ ਹੈ। ਤੈਨੂੰ ਬਾਰ-ਬਾਰ ਕੀ ਆਖਾਂ? ਸੁਣਦੇ ਹਾਂ ਉਪਦੇਸ਼, ਅਸੀਂ ਸਮਝਦੇ ਨਹੀਂ, ਪਰ ਸਤਿਗੁਰੂ ਵੀ ਆਖਰ ਕਹਿੰਦੇ ਨੇ, ਕਹੋਂ ਕਹਾਂ ਬਾਰ-ਬਾਰ। ਤੈਨੂੰ ਬਾਰ-ਬਾਰ ਕੀ ਆਖਾਂ? ਸਮਝਤ ਨਹਿ ਕਿਉਂ ਗਵਾਰ, ਮੂਰਖਾ ਸਮਝਦਾ ਕਿਉਂ ਨਹੀਂ? ਯਾਦ ਰੱਖ ਬਿਨਸਤ ਨਹਿ ਲੱਗੈ ਬਾਰ, ਇਸ ਕਾਇਆ ਦੇ ਬਿਨਸਦਿਆਂ ਮਿਟਦਿਆਂ ਰੱਤੀ ਭਰ ਦੇਰ ਨਹੀਂ ਜੇ ਲੱਗਣੀ। ਓਰੇ ਸਮਗਾਤ ਹੈ, ਜਿਵੇਂ ਆਕਾਸ਼ ਤੋਂ ਗੜੇ ਡਿੱਗਦੇ ਨੇ, ਓਲੇ ਡਿੱਗਦੇ ਨੇ, ਖੁਰਦਿਆਂ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਏ। ਡਿੱਗਾ ਤਾਂ ਬੜਾ ਕਠੋਰ ਸੀ, ਮਿਟਿਆ ਤਾਂ ਹਸਤੀ ਲੱਭੀ ਹੀ ਨਾ। ਸਾਵਧਾਨ ਹੋ, ਸਗਲ ਭਰਮ ਡਾਰ ਦੇ, ਗੋਬਿੰਦ ਕੋ ਨਾਮ ਲੇਹ, ਅੰਤ ਬਾਰ ਸੰਗ ਤੇਰੇ ਇਹ ਏਕ ਜਾਤ ਹੈ। ਸੰਸਾਰ ਦੀ ਹਾਲਤ ਸੁਣ, ਬਿਖਿਆ ਬਿਖ ਜਿਉਂ ਇਹ ਜ਼ਾਹਿਰ ਹੈ ਬਿਸਾਰ। ਪ੍ਰਭ ਕੋ ਜਸ ਹੀ ਇਹ ਧਾਰ, ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਸਮਾਂ ਬੀਤਦਾ ਜਾ ਰਿਹਾ ਹੈ, ਸਾਵਧਾਨ ਹੋ ਜਾ। ਤੂੰ ਕੇਵਲ ਕੁਟੰਬ ਪਾਲਣ ਵਿੱਚ ਹੀ ਲੱਗਾ ਹੋਇਆ ਹੈ, ਦਾਤੇ ਦੀ ਯਾਦ ਹੀ ਭੁੱਲ ਗਈ। ਇਹੀ ਬੁਨਿਆਦੀ ਗਲਤੀ ਸੀ। ਉਂਝ ਪਰਿਵਾਰ ਪਾਲਣਾ ਬੁਰਾਈ ਨਹੀਂ, ਪਰ ਰੱਬ ਨੂੰ ਭੁਲਾ ਕੇ ਪਾਲਣਾ ਬੁਰਾਈ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਪਾਲਿਓ ਬਹੁਤ ਕੁਟੰਬ। ਸਾਰੀ ਉਮਰ ਟੱਬਰ ਦੀ ਪਾਲਣਾ ਵਿੱਚ ਹੀ ਜਗਤ ਦੇ ਧੰਦਿਆਂ ਵਿੱਚ ਲੱਗਾ ਰਿਹਾ।
ਮਾਲਕ ਨੂੰ ਭੁਲਾ ਹੀ ਰੱਖਿਆ। ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਇਹ ਦੁਨੀਆ ਦੇ ਧੰਦੇ ਪਿੱਟਦਿਆਂ ਹੋਇਆਂ, ਧੰਦ ਪਿੱਟਦਿਆਂ ਆਤਮਿਕ ਤੌਰ ਤੇ ਬਿਲਕੁਲ ਰਹਿ ਗਏ ਹੋ, ਕਮਜ਼ੋਰ ਪੈ ਗਏ ਹੋ, ਮਰ ਹੀ ਗਏ ਹੋ। ਤੇ ਅੰਤ ਕਾਲ ਜਿਨ੍ਹਾਂ ਲਈ ਜੀਵਨ ਗਵਾਇਆ, ਇਹਨਾਂ ਵਿੱਚੋਂ ਬਚਾਉਣ ਦੇ ਸਮਰੱਥ ਕੋਈ ਨਹੀਂ। ਸਾਥੀ ਬਣਨ ਦੀ ਸ਼ਕਤੀ ਕਿਸੇ ਵਿੱਚ ਨਹੀਂ। ਮਦਦਗਾਰ ਕੋਈ ਬਣ ਸਕੇ, ਇਸ ਸ਼ਕਤੀ ਦਾ ਮਾਲਕ ਹੀ ਨਹੀਂ। ਖਟਿਆ ਕੀ ਜ਼ਿੰਦਗੀ ਇਸੇ ਲਈ ਮਿਲੀ ਹੈ। ਕਈ ਵਾਰੀ ਤਾਂ ਮਨੁੱਖ ਦਾ ਤਜਰਬਾ ਇਸ ਤੋਂ ਵੀ ਕੌੜਾ ਹੁੰਦਾ ਹੈ। ਜਿਨ੍ਹਾਂ ਨੂੰ ਆਪਣੇ ਸਮਝਦਾ, ਹਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਘਟਨਾ ਐਸੀ ਮਿਲੇਗੀ। ਉਲਾਂਭਾ ਦਿੰਦਾ ਸੁਣੋਗੇ, ਮੈਂ ਫਲਾਣੇ ਨੂੰ ਆਪਣਾ ਸਮਝਿਆ, ਉਸ ਲਈ ਇਹ ਕੰਮ ਕੀਤੇ, ਪਰ ਉਸਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ, ਧੋਖਾ ਕੀਤਾ, ਮੇਰਾ ਬਣਿਆ ਹੀ ਨਾ। ਇਸ ਗਿਲੇ ਦੀਆਂ ਗੱਲਾਂ ਆਮ ਸੁਣਾਈ ਦੇਣਗੀਆਂ। ਇੱਕ ਵਿਦਵਾਨ ਆਖਦਾ ਹੈ, ਲੋग गैरों की बात करते हैं, लोग गैरों की बात करते हैं, हमने अपने भी आजमाए हैं। मैं अपनिਆਂ ਨੂੰ भी आजमाया है, हमने अपने भी आजमाए हैं, लोग कांटों से बचकर चलते हैं, हमने फूलों से जख्म खाए हैं। कैसा तजर्बा है। ਇਹਨਾਂ ਲਈ ਫਿਰ ਦੌੜਿਆ ਫਿਰਦਾ। ਇੱਕ ਸ਼ਾਇਰ ਨੇ 2 ਪੰਕਤੀਆਂ ਲਿਖੀਆਂ, ਜਿਨ੍ਹਾਂ ਨੂੰ ਆਪਣੇ ਆਖਣਾ ਉਹੀ ਦਗਾ ਦੇਗਾ। ਰੋਇਆ ਰੁੱਖ ਕੁਹਾੜੇ ਵਿੱਚ ਵੇਖ ਦਸਤਾ, ਲੱਕੜੀ ਦਾ ਦਸਤਾ ਪਿਆ ਹੋਇਆ, ਕਿ ਇਹ ਟੱਕ ਮਾਰਨ ਲਈ ਦਸਤਾ ਮੇਰਾ ਆਪਣਾ ਲੱਕੜ ਦਾ ਹਿੱਸਾ ਕਮਾਇਆ, ਮੇਰੀਆਂ ਜੜ੍ਹਾਂ ਕੱਟਣ ਲਈ। ਰੋਇਆ ਰੁੱਖ ਕੁਹਾੜੇ ਵਿੱਚ ਵੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ, ਉਹ ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੇ। ਕੌਣ ਆਪਣਾ ਹੈ? ਕਬੀਰ ਜੀ ਕਹਿੰਦੇ ਨੇ, ਭਾਈ ਰਹਿਆ ਨਾ ਬੰਦ, ਕੋਈ ਸੰਬੰਧੀ ਰਿਸ਼ਤੇਦਾਰ ਭਰਾ ਭੈਣ, ਕੋਈ ਅੰਤਕਾਲ ਕੰਮ ਨਹੀਂ ਆਉਂਦਾ। ਸਭ ਰਹਿ ਜਾਂਦੇ, ਕਮਜ਼ੋਰ ਪੈ ਗਏ। ਫਿਰ ਮਨੁੱਖ ਹੋਰ ਪਾਸੇ ਦੌੜਿਆ ਫਿਰਦਾ ਹੈ, ਉਹ ਵੀ ਸਮਝਣ ਵਾਲਾ ਪਾਸਾ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ। ਸਾਡੇ ਦੇਸ਼ ਵਿੱਚ ਅਜੀਬੋ ਗਰੀਬ ਭਰਮ ਪਸਰੇ ਰਹੇ ਨੇ। ਕੋਈ ਜਾਦੂ ਟੂਣੇ, ਕੋਈ ਧਾਗੇ ਤਵੀਤ, ਕੋਈ ਕੁਝ ਕੋਈ ਕੁਝ। ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ, ਉਹ ਜਾਦੂ ਟੂਣੇ ਵਾਲਿਆਂ ਦੇ ਪਿੱਛੇ। ਬਲਕਿ ਮਸਾਨ ਭੂਮੀ ਵਿੱਚ ਜਾ ਕੇ ਸੜ ਰਹੇ ਮੁਰਦੇ ਦੀ ਚਿਖਾ ਕੋਲ ਟੂਣਾ ਆਦਿ ਕਰਨਾ, ਨੰਗੇ ਨਹਾਉਣਾ, ਰੋਟੀ ਪਕਾ ਕੇ ਖਾਣੀ, ਅਜੀਬੋ ਗਰੀਬ ਮੂਰਖਤਾਈਆਂ ਚੱਲਦੀਆਂ ਰਹੀਆਂ ਨੇ। ਮਨੋਰਥ 2 ਸਨ ਕਿ ਜਿਸ ਦੀ ਚਿਖਾ ਪਾਸ ਟੂਣਾ ਕਰਨਾ, ਉਹਨਾਂ ਦੇ ਬਾਲ ਬੱਚੇ ਮਰ ਜਾਣ ਤੇ ਟੂਣਾ ਕਰਨ ਵਾਲੀ ਦੇ ਘਰ ਔਲਾਦ ਹੋ ਜਾਏ। ਬਹੁਤ ਹੀ ਮੂਰਖਤਾ ਦਾ ਇਹ ਕਰਮ ਸੀ। ਸਭ ਤੋਂ ਪਹਿਲੀ ਗੱਲ ਕਿ ਇਹ ਬੇਕਾਰ ਦੇ ਅਰਥ ਹਨ ਔਰ ਭਰਮ ਦੀ ਦੁਨੀਆ ਹੈ। ਦੂਸਰਾ, ਤੁਸੀਂ ਕਿਸੇ ਦਾ ਬੁਰਾ ਚਿਤਵ ਰਹੇ ਹੋ, ਆਪਣਾ ਭਲਾ ਕਿਵੇਂ ਹੋਵੇਗਾ? ਗੁਰਮਤਿ ਸਮਝਾਉਂਦੀ ਹੈ ਸਰਬੱਤ ਦਾ ਭਲਾ ਮੰਗਣਾ। ਬੀਜ ਬੀਜਦੇ ਹੋ ਕਿਸੇ ਦਾ ਮੰਦਾ ਕਰਨ ਲਈ, ਉਸ ਦਾ ਬੁਰਾ ਤੱਕਦੇ ਹੋ ਤੇ ਆਪਣਾ ਭਲਾ ਚਾਹੁੰਦੇ ਹੋ। ਇਹ ਕੁਦਰਤ ਦਾ ਨਿਯਮ ਨਹੀਂ।
ਸਭ ਦਾ ਭਲਾ ਮੰਗੋਗੇ, ਆਪਣਾ ਵੀ ਭਲਾ ਹੋਵੇਗਾ। ਕਬੀਰ ਜੀ ਕਹਿੰਦੇ ਨੇ ਇਹ ਰਾਤ ਜੋ ਮੁਰਦੇ ਜਗਾਉਣ ਜਾਂਦੀ ਹੈ ਨਾ ਮਸਾਣ ਵਿੱਚ, ਸ਼ਮਸ਼ਾਨ ਭੂਮੀ ਵਿੱਚ, ਇਹਨੇ ਅਗਾਂਹ ਸੱਪ ਦੀ ਜੂਨ ਵਿੱਚ ਪੈਣਾ ਤੇ ਜਾਏ ਆਪਣੇ ਖਾਏ ਦੀ ਹਾਲਤ ਵਿੱਚ ਪਹੁੰਚੇਗੀ। ਆਪਣੇ ਬੱਚੇ ਜੰਮ ਕੇ ਆਪ ਖਾ ਜਾਂਦੀ ਏ ਸਰਪਣੀ, ਜਿਹੜਾ ਬਚ ਗਿਆ ਉਹੀ ਬਚਦਾ ਹੈ, ਨਹੀਂ ਤੇ ਜਿੰਨੇ ਅੰਡੇ ਸਰਪਣੀ ਦਿੰਦੀ ਏ ਸਾਰੇ ਬਚ ਜਾਣ ਤੇ ਪ੍ਰਿਥਵੀ ਭਰ ਜਾਏ ਸੱਪਾਂ ਨਾਲ ਹੀ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਅਵਤਰੈ ਜਾਏ ਆਪਣੇ ਖਾਏ। ਬਹੁਤ ਸਾਵਧਾਨ ਸਤਿਗੁਰੂ ਜੀ ਨੇ ਸਾਨੂੰ ਕੀਤਾ ਹੈ ਕਿ ਇਹਨਾਂ ਭਰਮ ਦੇ ਕਰਮਾਂ ਵਿੱਚ ਅਸੀਂ ਨਾ ਪਈਏ, ਨਹੀਂ ਤੇ ਜਿਹੋ ਜਿਹੇ ਕਰਮ ਕਮਾਉਣੇ ਹਨ ਉਸ ਤਰ੍ਹਾਂ ਦੇ ਭੋਗਣੇ ਵੀ ਪੈਣੇ ਹਨ। ਬੀਜ ਜੋ ਬੀਜਣਾ ਹੈ ਫਲ ਉਸ ਦੇ ਮੁਤਾਬਕ ਹੀ ਮਿਲੇਗਾ। ਇਸ ਨੇ ਹਰੀ ਨੂੰ ਚੇਤੇ ਤਾਂ ਨਾ ਕੀਤਾ, ਹੋਰ ਮੰਤਰ ਜੰਤਰ ਕਰਨ ਲੱਗ ਪਈ। ਕਈ ਕੰਮਾਂ ਲਈ ਅਸੀਂ ਜੰਤਰਾਂ ਦਾ ਸਹਾਰਾ, ਮੰਤਰਾਂ ਦਾ, ਤੰਤਰਾਂ ਦਾ ਸਹਾਰਾ ਹੀ ਲੈਂਦੇ ਰਹੇ, ਲੇਕਿਨ ਇਹ ਭੁਲੇਖੇ ਸਨ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਧਾਗਾ, ਰੰਗ ਬਰੰਗਾ ਧਾਗਾ ਮੰਤਰ ਕੇ ਗਲ ਵਿੱਚ ਪਾ ਲਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਪਸ਼ਟ ਕੀਤਾ, ਕਹਿਣ ਲੱਗੇ ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ। ਤੇ ਸਾਨੂੰ ਇੱਕ ਯਕੀਨ ਵੀ ਦਿਵਾਇਆ ਪੰਚਮ ਪਾਤਸ਼ਾਹ ਨੇ, ਕਹਿਣ ਲੱਗੇ ਤੁਸੀਂ ਰੱਬ ਨਾਲ ਜੁੜ ਜਾਓ, ਕੋਈ ਜੰਤਰ ਮੰਤਰ ਤੁਹਾਡੇ ਤੇ ਨਹੀਂ ਚੱਲੇਗਾ, ਭੁਲੇਖਿਆਂ 'ਚ ਨਾ ਪੈਣਾ। ਸੁਨਤ ਜਪਤ ਹਰਿ ਨਾਮ ਜਸ, ਤਾਂ ਕਿ ਦੂਰ ਬਲਾਈ, ਉਹਦੀਆਂ ਬਲਾਵਾਂ ਦੂਰ ਹੋ ਜਾਂਦੀਆਂ ਨੇ। ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ। ਸਤਿਗੁਰੂ ਕਹਿੰਦੇ ਨੇ ਇਹ ਸਭ ਤੋਂ ਵੱਡਾ ਮਹਾ ਮੰਤਰ ਹੈ ਹਰੀ ਦੇ ਗੁਣ ਗਾਉਣੇ। ਬਾਣੀ ਮੰਤਰ ਮਹਾਪੁਰਖਨ ਕੀ, ਪਰ ਇਹ ਕਾਹਦੇ ਵਾਸਤੇ ਹੈ? ਮਨ ਹੈ ਉਤਾਰਨ ਮਾਨ ਕਉ। ਜਿਸ ਦਾ ਇਹ ਮਾਨ ਉਤਰ ਗਿਆ, ਬਾਣੀ ਅੰਦਰ ਵਸ ਗਈ, ਖੋਜ ਲਹੇ ਉਹ ਨਾਨਕ ਸੁਖ ਥਾਨਾ, ਹਰ ਨਾਮਾ ਬਿਸਰਾਮ ਕਉ। ਪਰ ਲੋਕ ਮੁਰਦਿਆਂ ਦੇ ਚਿਖਾ ਦੇ ਪਾਸ ਬੈਠ ਕੇ ਮੰਤਰ ਜੰਤਰ ਕਰਦੇ ਰਹੇ, ਮਸਾਣ ਜਗਾਉਣੇ ਨੇ। ਕਬੀਰ ਜੀ ਕਹਿੰਦੇ ਨੇ ਜੋ ਵੀ ਔਰਤ ਐਸੇ ਕੰਮ ਕਰਦੀ ਹੈ ਅਗਾਂਹ ਸਪਣੀ ਬਣੇਗੀ ਔਰ ਆਪਣੇ ਜਾਇਆਂ ਨੂੰ ਆਪ ਖਾਏਗੀ, ਆਪ ਜਨਮ ਦੇ ਕੇ ਆਪ ਹੀ ਉਹਨਾਂ ਨੂੰ ਖਾ ਜਾਏਗੀ। ਮਤਲਬ ਸਪਸ਼ਟ ਹੈ ਕਿ ਇੱਕ ਗਲਤ ਬਿਰਤੀ ਜੋ ਬਣ ਗਈ ਹੈ, ਉਸ ਬਿਰਤੀ ਨੇ ਗਲਤ ਨਤੀਜਾ ਜ਼ਰੂਰ ਸਾਹਮਣੇ ਲਿਆਉਣਾ ਹੈ। ਸਿਮਰਨ ਕਰ, ਮਾਲਕ ਨੂੰ ਚੇਤੇ ਕਰ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋਏ ਕੈ ਅਵਤਰੈ, ਭਾਰ ਸਹੈ ਮਨ ਚਾਰ। ਅਹੋਈ ਦਾ ਵਰਤ ਰੱਖਣਾ ਸਾਡੇ ਦੇਸ਼ ਵਿੱਚ ਇਹ ਵੀ ਇੱਕ ਅਨਪੜ੍ਹਤਾ ਦਾ ਨਮੂਨਾ ਸੀ। ਕੋਈ ਮੜੀ ਮਸਾਣਾ ਨੂੰ ਪੂਜਦਾ ਫਿਰਦਾ, ਕੋਈ ਵਰਤ ਰੱਖਣ ਵਿੱਚ ਯਕੀਨ ਰੱਖਦਾ। ਕਦੀ ਕਦੀ ਪੇਟ ਨੂੰ ਆਰਾਮ ਦੇਣ ਲਈ ਭੁੱਖੇ ਰਹਿ ਲੈਣਾ ਕੋਈ ਬੁਰਾਈ ਨਹੀਂ, ਲੇਕਿਨ ਅਸੀਂ ਧਰਮ ਦੇ ਪਰਦੇ ਹੇਠ ਭਰਮ ਵਿੱਚ ਪੈ ਗਏ। ਚੇਤ ਵਿੱਚ ਤੇ ਕੱਤਕ ਦੇ ਮਹੀਨੇ ਵਿੱਚ ਬੜੇ ਵਰਤ ਆਉਂਦੇ ਨੇ, ਕਰਵਾ ਚੌਥ, ਮਹਾਲక్ష్ਮੀ, ਨਰਾਤੇ, ਤੇ ਸੁਖਣਾ ਸੁਖਦੀਆਂ ਨੇ ਬੀਬੀਆਂ, ਵਰਤ ਰੱਖਦੀਆਂ ਨੇ। ਸਤਿਗੁਰੂ ਜੀ ਨੇ ਤਾਂ ਇਹਨਾਂ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਕਰਵਾ ਚੌਥ ਦਾ ਵਰਤ ਤੇ ਫਲਾਣਾ ਵਰਤ ਇਹਨਾਂ ਵਿੱਚੋਂ ਕੱਢਿਆ। ਅਹੋਈ ਦਾ ਵਰਤ ਕੱਤਕ ਦੇ ਮਹੀਨੇ ਵਿੱਚ ਸੀਤਲਾ ਦੇਵੀ ਦੀ ਪੂਜਾ ਦਾ ਵਰਤ ਵੀ ਰੱਖਦੇ ਨੇ।
ਤੇ ਦੇਵੀ ਦੇਵਤਿਆਂ ਦੀ ਖਾਸ ਸਵਾਰੀ ਮੰਨੀ ਗਈ ਹੈ। ਜਿਵੇਂ ਗਣੇਸ਼ ਜੀ ਦੀ ਸਵਾਰੀ ਮੰਨਦੇ ਨੇ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਜੀ ਦਾ ਚਿੱਟਾ ਬੈਲ ਨੰਦੀ, ਦੁਰਗਾ ਸ਼ੇਰ ਦੀ ਸਵਾਰੀ ਕਰਦੀ ਏ, ਸੀਤਲਾ ਦੀ ਸਵਾਰੀ ਮੰਨੀ ਗਈ ਖੋਤਾ, ਗਧੇ ਦੀ ਸਵਾਰੀ ਕਰਦੀ ਹੈ, ਉਸ ਦਾ ਵਰਤ ਰੱਖਦੇ ਨੇ। ਕਬੀਰ ਜੀ ਨੇ ਬੜਾ ਵਿਅੰਗ ਕੀਤਾ ਕਿ ਜੇ ਉਹ ਪ੍ਰਸੰਨ ਵੀ ਹੋ ਜਾਏ, ਮੰਨ ਲਓ ਤੁਹਾਡੇ ਵਰਤ ਤੇ ਸੀਤਲਾ ਦੇਵੀ ਪ੍ਰਸੰਨ ਹੋ ਗਈ, ਫਿਰ ਕੀ ਹੋਏਗਾ? ਆਪਣੇ ਕੋਲ ਰੱਖਣ ਵਾਸਤੇ ਆਪਣੀ ਸਵਾਰੀ ਬਣਾ ਲਏਗੀ, ਗਧੇ ਦੀ ਜੂਨ ਵਿੱਚ ਪੈ ਜਾਇਓ ਤੇ 4 ਮਣ ਭਾਰ ਢੋਂਦੇ ਰਹੋ। ਗੁਰਬਾਣੀ ਅੰਦਰ ਵਿਸ਼ੇਸ਼ ਤੌਰ ਤੇ ਇਹਨਾਂ ਭਰਮਾਂ ਵਿੱਚੋਂ ਸਾਨੂੰ ਕੱਢਿਆ ਗਿਆ ਹੈ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ। ਗਧਾ ਬਣ ਕੇ ਖੇ ਉਡਾਉਂਦਾ ਰਹੀ। ਅਹੋਈ ਹੈ ਕੀ? ਆਹੀ ਵੰਸ਼ ਵਿੱਚ ਇਸ ਦੀ ਪੈਦਾਇਸ਼ ਹੋਈ, ਇਸ ਲਈ ਇਸ ਨੂੰ ਅਹੋਈ ਆਖਦੇ ਨੇ। ਤੇ ਕੁਆਰੀਆਂ ਲੜਕੀਆਂ ਇਸ ਦੀ ਪੂਜਾ ਕਰਦੀਆਂ ਨੇ। ਅੱਸੂ ਦੇ ਨਰਾਤਿਆਂ ਵਿੱਚ ਮਿੱਟੀ ਦੀ ਮੂਰਤੀ ਇਸ ਦੀ ਬਣਾ ਕੇ ਤੇ ਕੰਧ ਤੇ ਲਾਉਂਦੇ ਨੇ ਤੇ ਅਸ਼ਟਮੀ ਦਾ ਵਰਤ ਰੱਖ ਕੇ ਧੂਪ ਦੀਪ ਨਾਲ ਇਸ ਮੂਰਤੀ ਦੀ ਪੂਜਾ ਕਰਦੇ ਨੇ। ਕੱਤਕ ਦੀ ਚਾਨਣੀ ਏਕਮ ਨੂੰ ਇਹ ਮੂਰਤੀ ਜਲ ਪ੍ਰਵਾਹ ਕਰ ਦਿੱਤੀ ਜਾਂਦੀ ਹੈ, ਪਾਣੀ ਵਿੱਚ ਵਹਾ ਦਿੱਤੀ ਜਾਂਦੀ ਹੈ। ਮਥੁਰਾ ਦਾ ਜ਼ਿਲ੍ਹਾ ਜਿਹੜਾ ਹੈ, ਇਸ ਜ਼ਿਲ੍ਹੇ ਵਿੱਚ ਰਾਧਾ ਕੁੰਡਪੁਰ ਇੱਕ ਸਥਾਨ ਹੈ ਜਿੱਥੇ ਕੱਤਕਵਦੀ 8 ਨੂੰ ਅਹੋਈ ਦਾ ਮੇਲਾ ਲੱਗਦਾ ਹੈ। ਪਰ ਕਬੀਰ ਜੀ ਕਹਿੰਦੇ ਨੇ ਇਸ ਦਾ ਵਰਤ ਰੱਖਣ ਨਾਲ ਕੀ ਹੋਵੇਗਾ? ਜੇ ਵਰਤ ਰੱਖਿਆ, ਫਰਜ਼ ਕਰੋ ਦੇਵੀ ਪ੍ਰਸੰਨ ਹੋ ਗਈ, ਪ੍ਰਸੰਨ ਹੋ ਕੇ ਆਪਣਾ ਸਾਥ ਬਖਸ਼ਣਾ ਹੈ ਤੇ ਹਰ ਵੇਲੇ ਤੇ ਉਹਨੂੰ ਸਵਾਰੀ ਦੀ ਲੋੜ ਹੈ ਨਾ, ਤੇ ਗਧਾ ਬਣਾ ਕੇ ਸਾਥ ਰੱਖ ਲਏਗੀ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਧੀ ਹੋਏ ਕੈ ਔਤਰੈ, ਜਨਮ ਲਏਗੀ ਗਧੀ ਦਾ ਖੋਤੀ ਦਾ। ਭਾਰ ਸਹਿ ਮਨ ਚਾਰ। ਕਬੀਰ ਜੀ ਨੇ ਬਹੁਤ ਕੜਕਵੇਂ ਲਫ਼ਜ਼ਾਂ ਵਿੱਚ ਭਰਮਾਂ ਦਾ ਖੰਡਨ ਕੀਤਾ ਹੈ। ਗਧੀ ਹੋਏ ਕੈ ਔਤਰੈ, ਭਾਰ ਸਹਿ ਮਨ ਚਾਰ, 4 ਮਣ ਬੋਝ ਢੋਂਦੀ ਫਿਰੇਗੀ। ਅਹੋਈ ਦਾ ਵਰਤ ਰੱਖਣ ਦਾ ਇਹ ਲਾਭ ਖੱਟਿਆ ਜਾ ਸਕਦਾ ਹੈ। ਜੇ ਇਨਸਾਨ ਤੋਂ ਗਧੇ ਦੀ ਜੂਨ ਵੱਲ ਜਾਣਾ ਹੈ ਤਾਂ ਇਸ ਤਰ੍ਹਾਂ ਦਾ ਖੇਲ ਇਸ ਵਿੱਚ ਪੈ ਸਕਦੇ ਹੋ। ਸਤਿਗੁਰੂ ਤਾਂ ਇੱਕ ਅਕਾਲ ਪੁਰਖ ਦੀ ਪੂਜਾ ਦਾ ਉਪਦੇਸ਼ ਸਾਨੂੰ ਦਿੰਦੇ ਹਨ ਕਿ ਉਸ ਦੀ ਪੂਜਾ ਕਰਨੀ ਹੈ, ਉਸ ਨੂੰ ਪੂਜਾ ਕੀ ਚੇਤੇ ਰੱਖਣਾ ਹੈ, ਇਹੀ ਪੂਜਾ ਹੈ। ਨਹੀਂ ਤਾਂ ਗਧੇ ਦੀ ਜੂਨ ਵਿੱਚ ਸਾਨੂੰ ਵਰਤ ਰੱਖਣ ਦੀ ਪ੍ਰੇਰਨਾ ਦਿੱਤੀ, ਪਰ ਉਹ ਵਰਤ ਹੋਰ ਹੈ। ਏਕਾਦਸ਼ੀ ਨਿਕਟ ਪੇਖੋ ਹਰ ਰਾਮ। ਏਕਾਦਸ਼ੀ ਦਾ ਵਰਤ ਰੱਖਣਾ ਇਹ ਹੈ, ਇੱਕ ਨੂੰ ਚੇਤੇ ਰੱਖਿਓ, ਇੰਦਰੀ ਬਸ ਕਰ ਸੁਣੋ ਹਰ ਨਾਮ। ਇੰਦਰੀਆਂ ਨੂੰ ਕਾਬੂ ਵਿੱਚ ਰੱਖੋ ਤੇ ਪ੍ਰਭੂ ਦੀ ਸਿਫਤ ਸੁਣੋ। ਮਨ ਸੰਤੋਖ ਸਰਬ ਜੀ ਦਇਆ। ਮਨ ਵਿੱਚ ਸੰਤੋਖ ਰੱਖਣਾ ਹੈ ਤੇ ਸਾਰਿਆਂ ਤੇ ਦਇਆ ਕਰਨੀ ਹੈ, ਬੁਰਾ ਕਿਸੇ ਦਾ ਨਹੀਂ। ਮਨ ਸੰਤੋਖ ਸਰਬ ਜੀ ਦਇਆ, ਇਨ ਬਿਧ ਵਰਤ ਸੰਪੂਰਨ ਭਇਆ। ਇਸ ਤਰ੍ਹਾਂ ਦਾ ਕੀਤਾ ਹੋਇਆ ਵਰਤ ਜਿਹੜਾ ਹੈ ਉਹ ਸੰਪੂਰਨ ਹੋ ਜਾਏਗਾ। ਕੋਈ ਭੁੱਖੇ ਰਹਿਣ ਦੀ ਜ਼ਰੂਰਤ ਨਹੀਂ। ਛੋੜਾ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਨ ਨਾ ਉਹ ਰੰਡ। ਕਬੀਰ ਸਾਹਿਬ ਜੀ ਦੇ ਹੀ ਬਚਨ ਹਨ।
ਤੋ ਕਬੀਰ ਜੀ ਕਹਿੰਦੇ ਨੇ ਇਸ ਦੀ ਕੋਈ ਪ੍ਰਾਪਤੀ ਨਹੀਂ, ਪ੍ਰਾਪਤੀ ਹੈ ਮਨੁੱਖਾ ਜ਼ਿੰਦਗੀ ਦੀ ਸਫਲਤਾ ਹੈ ਮਾਲਕ ਦੀ ਯਾਦ ਵਿੱਚ। ਅਗਲਾ ਸ਼ਲੋਕ ਹੈ, ਕਬੀਰ ਚਤੁਰਾਈ ਅਤ ਕਨੀ ਹਰਿ ਜਪ ਹਿਰਦੈ ਮਾਹੇ, ਸੂਰੀ ਉਪਰ ਖੇਲਣਾ ਗਿਰੈ ਤਾਂ ਠਾਹਰ ਨਾ ਹੈ। ਦੁਨੀਆ ਦੇ ਵਹਿਮਾਂ ਭਰਮਾਂ ਤੋਂ ਬਚਣ ਲਈ ਸਭ ਤੋਂ ਵੱਡੀ ਅਕਲਮੰਦੀ, ਚਤੁਰਾਈ, ਸਿਆਣਪ ਇਹ ਹੈ ਕਿ ਮਾਲਕ ਨੂੰ ਚੇਤੇ ਕਰ। ਭਗਤ ਤਾਂ ਇਹੀ ਅਰਦਾਸ ਕਰਦਾ ਹੈ। ਇੱਕ ਸੁਰਤੀਵਾਨ ਪੁਰਸ਼ ਆਖਦਾ ਹੈ, ਉਜਾਲੇ ਆਪਣੀ ਯਾਦੋਂ ਕੇ ਹਮਾਰੇ ਪਾਸ ਰਹਿਨੇ ਦੋ, उजाले अपनी यादों के हमारे पास रहने दो, ना जाने किस गली में जिंदगी की शाम हो जाए। कोई पता थोड़ी है इस जिंदगी दी शाम कदों हो जानी है। उस दी याद बनी हुई है तां चानण ही चानण है। कबीर चतुराई अत कनी, यही सियाणप है, सब तो उत्तम सियाणप, वड्डी सियाणप। हर जप ਹਿਰਦੈ ਮਾਹੇ, ਕਿ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਚੇਤੇ ਰੱਖ, ਉਸ ਦੀ ਯਾਦ ਬਣਾਈ ਰੱਖ। ਪਰ ਧਿਆਨ ਰਹੇ ਇਹ ਸਿਮਰਨ ਦੀ ਕਾਰ ਮਾਮੂਲੀ ਗੱਲ ਨਹੀਂ, ਆਸਾਨ ਮਾਮਲਾ ਨਹੀਂ। ਸੂਰੀ ਉੱਪਰ ਖੇਲਣਾ, ਸੂਲੀ ਤੇ ਖੇਲਣ ਵਾਲੀ ਗੱਲ ਹੈ। ਸੂਲੀ ਤੇ ਕੋਈ ਚੜ੍ਹਦਾ ਖੇਲਦਾ ਥੋੜੀ ਹੈ, ਪਰ ਇਹ ਸੂਲੀ ਵੀ ਇੰਨੀ ਪਿਆਰੀ ਹੈ ਕਿ ਇਸ ਤੇ ਭਗਤ ਹੀ ਖੇਲਦਾ ਹੈ, ਆਨੰਦ ਮਾਣਦਾ ਹੈ। ਸੂਲੀ ਇਸ ਲਈ ਕਿ ਦੁਨੀਆ ਦੇ ਚਸਕੇ ਸਭ ਛੱਡਣੇ ਪੈਂਦੇ ਨੇ, ਜ਼ਾਤ ਅਭਿਮਾਨ, ਕੁਸੰਗ, ਚਸਕੇ, ਵਰਤ ਭਰਮ, ਜਿੱਧਰ ਸੰਸਾਰ ਦੌੜਿਆ ਫਿਰਦਾ ਹੈ। ਇਹਨਾਂ ਵੱਲੋਂ ਸਾਵਧਾਨ ਹੋਣਾ ਹੈ। ਇਸ ਲਈ ਇਹ ਕਾਰ ਹੈ ਤਾਂ ਕਮਾਉਣੀ ਔਖੀ, ਲੇਕਿਨ ਇਸ ਸੂਲੀ ਤੋਂ ਡਿੱਗਣਾ ਹੋਰ ਮਾੜਾ ਹੈ। ਜਿਹੜੇ ਇਸ ਤੋਂ ਡਿੱਗੇ ਨੇ ਉਹ ਸੋਚਦੇ ਹੋਣਗੇ ਅਸੀਂ ਖਬਰੇ ਸੁਖਾਲੇ ਹਾਂ। ਨਹੀਂ, ਦੁਨੀਆ ਦੇ ਦੁੱਖ ਕਲੇਸ਼ ਸਭ ਚਿੰਤਾਵਾਂ ਚਿੱਤ ਨੂੰ ਚੰਬੜੀਆਂ ਰਹਿੰਦੀਆਂ ਨੇ। ਇਹ ਸੂਲੀ ਵੀ ਪਿਆਰੀ ਹੈ, ਖੇਡਣ ਵਾਲੀ ਹੈ। ਗਿਰਹਿ ਤਾਂ ਠਾਹਰ ਨਾ ਹੈ, ਜੇ ਇਸ ਤੋਂ ਡਿੱਗ ਪਏ ਤਾਂ ਹੋਰ ਆਸਰਾ ਵੀ ਕੋਈ ਨਹੀਂ। ਸੂਲੀ ਇਸ ਲਈ ਕਿ ਹਰ ਪਲ ਸਾਵਧਾਨੀ। ਇੱਕ ਸਿਆਣੇ ਨੇ ਆਖਿਆ, ਦੁਨੀਆ ਦੇ ਸਕੂਲਾਂ ਵਿੱਚ ਤਾਂ ਇੰਜ ਹੈ ਕਿ ਜਿਹੜਾ ਵਿਦਿਆਰਥੀ ਹੁਸ਼ਿਆਰ ਹੈ, ਸਬਕ ਯਾਦ ਕਰ ਲੈਂਦਾ ਹੈ, ਉਹਨੂੰ ਛੁੱਟੀ ਮਿਲ ਜਾਂਦੀ ਹੈ। ਟੀਚਰ ਕਈ ਵਾਰੀ ਸਖਤੀ ਕਰਦੇ ਨੇ, ਜਿੰਨੀ ਦੇਰ ਸਬਕ ਚੇਤੇ ਨਹੀਂ ਕਰ ਲੈਂਦਾ ਛੁੱਟੀ ਨਹੀਂ ਦਿੱਤੀ ਜਾਏਗੀ, ਬੈਠ ਇੱਥੇ। ਮਤਲਬ ਹੈ ਕਿਸੇ ਤਰ੍ਹਾਂ ਸਬਕ ਯਾਦ ਹੋ ਜਾਏ। ਲੇਕਿਨ ਰੱਬੀ ਇਸ਼ਕ ਬਿਲकुल ਵੱਖਰਾ है। मकतबे इश्क का दुनिया में है निराला उसूल, मकतबे इश्क का दुनिया में है निराला उसूल। उसको छुट्टी न मिली जिसको सबक याद हुआ। वो तो सगों होर ते होर ते होर सावधानी दी जरूरत उसनूं पैंदी गई। यह इश्क नहीं आसान, इतना ही समझ लीजिए, एक आग का दरिया है और डूब के जाना है। कबीर जी कहते ने सूरी ऊपर खेलना, गिरह तां ठहरना है, पर इस तो डिगना भी, सूली तो हेठां आ जाना भी चंगा नहीं, फिर तो गर्क है जिंदगी। ये सावधानी बेहतर। भगत एक एक पल सावधान रहिंदा है ਤੇ ਅਸੀਂ ਦਿਨ ਰਾਤ ਅਵੇਸਲੇ ਰਹਿੰਦੇ ਹਾਂ। ਇੰਨਾ ਫਰਕ ਹੈ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਬਾਪੁਰੀ, ਪਵਿੱਤਰ ਹੋਏਗੋ ਗ੍ਰਾਮ। ਮੁਖ ਤਾਂ ਸਾਰਿਆਂ ਨੂੰ ਮਿਲਿਆ, ਪਰ ਧਨ ਮੁਖ ਕਿਸੇ ਕਿਸੇ ਦਾ ਹੀ ਹੈ। ਉਸ ਮੁਖੜੇ ਨੂੰ ਧਨ ਨਹੀਂ ਆਖਿਆ ਜਾ ਸਕਦਾ ਜਿਹਦੇ ਵਿੱਚੋਂ ਕਬੋਲ ਨਿਕਲਦੇ ਹੋਣ, ਰੁੱਖੇ ਬੋਲ ਨਿਕਲਦੇ ਹੋਣ,
ਰੱਬ ਤੋਂ ਟੁੱਟਣ ਵਾਲੇ ਤੋੜਨ ਵਾਲੇ ਗੀਤ ਨਿਕਲਦੇ ਹੋਣ, ਭਾਵੇਂ ਸੰਗੀਤ ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ। ਉਹੀ ਮੁੱਖ ਧਨ ਹੈ ਜਿਸ ਮੁੱਖ ਤੋਂ ਪ੍ਰਭੂ ਦਾ ਜਸ ਉਚਾਰਿਆ ਜਾ ਰਿਹਾ ਹੈ। ਇਹ ਜ਼ਬਾਨ ਸਦਾ ਚੱਲਦੀ ਨਹੀਂ ਰਹਿਣੀ। ਇੱਕ ਦਿਨ ਜ਼ਬਾਨ ਹੋਵੇਗੀ ਪਰ ਬਿਆਨ ਵਖਿਆਨ ਕੁਝ ਨਾ ਕਰ ਸਕੋਗੇ। ਬਾਣੀ ਅੰਦਰ ਜ਼ਿਕਰ ਆਇਆ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਦੋਂ ਪ੍ਰਭੂ ਤੂੰ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਹੈ, ਉਸ ਵੇਲੇ ਕੋਈ ਵਖਿਆਨ ਬਿਆਨ ਕਰਕੇ ਸੁਣਾਏ ਤਾਂ ਮੰਨਾ ਇਹਦੀ ਆਪਣੀ ਤਾਕਤ ਸੀ, ਨਹੀਂ। ਪਰ ਜਿੰਨੀ ਦੇਰ ਇਹ ਮੁੱਖ ਮਿਲਿਆ ਹੈ, ਜ਼ਬਾਨ ਚੱਲਦੀ ਹੈ, ਜ਼ਿੰਦਗੀ ਚੱਲਦੀ ਹੈ, ਇਸ ਨੂੰ ਧਨ ਬਣਾ ਲਓ। ਤੇ ਧਨ ਵਡਿਆਈ ਦੇ ਯੋਗ ਕਾਬਲ ਭਾਗਾਂ ਵਾਲਾ ਮੂੰਹ ਤਾਂ ਹੈ ਜਾਂ ਮੁਖ ਕਹੀਏ ਰਾਮ, ਜਿਸ ਮੂੰਹ ਨਾਲ ਪ੍ਰਭੂ ਦਾ ਜਸ ਗਾਇਆ ਜਾਏ। ਦੇਹੀ ਕਿਸ ਕੀ ਬਾਪੁਰੀ, ਰਸਨਾ ਨਾਲ ਸਹੀ ਗਾਉਣ ਦੀ ਜਾਚ ਆ ਜਾਏ, ਕਾਇਆ ਪਵਿੱਤਰ ਹੋ ਹੀ ਜਾਏਗੀ। ਬਾਕੀ ਇੰਦਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ, ਰਸਨਾ ਨੂੰ ਗਾਉਣ ਦੀ ਜਾਚ ਆ ਜਾਏ। ਦੇਹੀ ਵਿਚਾਰੀ ਕੀ ਪਵਿੱਤਰ ਹੋਏਗੋ ਗ੍ਰਾਮ, ਜਿੱਥੇ ਮਨੁੱਖ ਰਹਿੰਦਾ ਹੈ ਉਹ ਪਿੰਡ ਪਵਿੱਤਰ ਹੋ ਜਾਂਦਾ ਹੈ। ਕਾਰਨ ਹੈ ਇਸ ਦੇ ਪਿੱਛੇ, ਉੱਥੋਂ ਦੀ ਵਾਈਬ੍ਰੇਸ਼ਨ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਆਲੇ ਦੁਆਲੇ ਸੰਗੀ ਸਾਥੀ ਉਸ ਨਾਲ ਮਿੱਤਰਤਾ ਬਣਾ ਲੈਂਦੇ ਨੇ, ਨੇੜਤਾ ਬਣਾ ਲੈਂਦੇ ਨੇ, ਉਹਨਾਂ ਨੂੰ ਵੀ ਉਸ ਦੇ ਉਪਦੇਸ਼ ਤੋਂ ਰੰਗ ਲੱਗ ਜਾਂਦਾ ਹੈ। ਉਹ ਵੀ ਧਾਰਮਿਕ ਖਿਆਲਾਂ ਵਾਲੇ ਬਣ ਜਾਂਦੇ ਹਨ। ਇੱਕ ਆਭਾ ਮੰਡਲ ਭਗਤ ਦੇ ਪਾਸ ਅਜਿਹਾ ਹੈ ਕਿ ਉਸ ਦਾਇਰੇ ਵਿੱਚ ਗਿਆ ਇਨਸਾਨ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਗਰ ਹੀ ਪਵਿੱਤਰ ਹੋ ਗਿਆ। ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏਗੋ ਗ੍ਰਾਮ। 111ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸ। ਜਿਹ ਕੁਲ ਦਾਸ ਨ ਊਪਜੈ, ਸੋ ਕੁਲ ਢਾਕ ਪਲਾਸ। ਜਿਸ ਕੁਲ ਵਿੱਚ, ਖਾਨਦਾਨ ਵਿੱਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ, ਰੱਬੀ ਰਸ ਵਾਲਾ ਬੱਚਾ ਪੈਦਾ ਹੋਇਆ, ਭਗਤ ਪ੍ਰਗਟ ਹੋਇਆ, ਉਹ ਕੁਲ ਸੁਲੱਖਣੀ ਹੈ, ਭਾਗਾਂ ਵਾਲੀ ਹੈ, ਭਲੀ ਹੈ, ਚੰਗੀ ਹੈ। ਜਾ ਕੁਲ ਹਰਿ ਕੋ ਦਾਸ। ਤੇ ਨਾਲ ਹੀ ਦੂਜਾ ਪਾਸਾ ਵੀ ਦੱਸ ਦਿੱਤਾ ਹੈ, ਸੰਤਾਨ ਦਾ ਹੋਣਾ ਹੀ ਕਾਫੀ ਨਹੀਂ। ਸੰਤਾਨ ਨੇਕ ਹੋਵੇ ਤਾਂ ਸਫਲਤਾ ਹੈ। ਜਿਸ ਕੁਲ ਵਿੱਚ ਪ੍ਰਭੂ ਦਾ ਪਿਆਰਾ ਨਹੀਂ ਬਲਕਿ ਉਲਟੀ ਬਿਰਤੀ ਵਾਲਾ ਜੀਵ ਪੈਦਾ ਹੋਇਆ ਹੈ, ਉਹ ਕੁਲ ਨੂੰ ਭਲੀ ਕਿਵੇਂ ਆਖਾਂਗੇ। ਜਿਹ ਕੁਲ ਦਾਸ ਨ ਊਪਜੈ, ਸੋ ਕੁਲ ਢਾਕ ਪਲਾਸ। ਨਾਸਤਕ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨਾਲੋਂ ਉਹ ਮਾਂ ਲੱਖ ਦਰਜੇ ਬਿਹਤਰ ਹੈ ਜਿਹਨੇ ਜਨਮ ਨਹੀਂ ਦਿੱਤਾ। ਪਰ ਜਿਸ ਕੁਲ ਵਿੱਚ ਪ੍ਰਭੂ ਦਾ ਪਿਆਰਾ ਪੈਦਾ ਹੋਇਆ ਹੈ, ਉਹ ਤੇ ਕੁਲ ਵੀ ਭਾਗਾਂ ਵਾਲੀ ਹੋ ਗਈ ਹੈ। ਨਹੀਂ ਤੇ ਜਿਹ ਕੁਲ ਦਾਸ ਨਾ ਉਪਜੈ, ਜਿਹੜੀ ਕੁਲ ਵਿੱਚ ਭਗਤੀ ਕਰਨ ਵਾਲਾ ਨਹੀਂ ਪੈਦਾ ਹੋਇਆ, ਸੋ ਕੁਲ ਢਾਕ ਪਲਾਸ। ਉਹ ਕੁਲ ਤਾਂ ਨਿਕੰਮੇ ਰੁੱਖਾਂ ਵਰਗੀ ਹੈ, ਅਫਲ ਹੈ, ਕਿਸੇ ਵੀ ਅਰਥ ਨਹੀਂ। ਉਹ ਤਾਂ ਇੰਝ ਹੈ ਜਿਵੇਂ ਸਿੰਮਲ ਦਾ ਬਿਰਸ਼ ਬੜਾ ਉੱਚਾ ਖੜਾ ਹੋਵੇ, ਫੁੱਲ ਵੀ ਲਾਲ ਰੰਗ ਦੇ ਲੱਗ ਜਾਣ ਪਰ ਕੋਈ ਖੁਸ਼ਬੂ ਨਾ ਹੋਵੇ, ਬਦਬੂ ਹੋਵੇ। ਫਲ ਵੀ ਲੱਗਣ ਪਰ ਫਲ ਵਾਲੀ ਖੂਬੀ ਕੋਈ ਨਾ ਹੋਵੇ, ਫਲ ਹੋਣ ਦੇ ਬਾਵਜੂਦ ਅਫਲ ਗਿਣਿਆ ਜਾਏ। ਜਿਸ ਕੁਲ ਦੀ ਸੰਤਾਨ ਉਲਟੇ ਪਾਸੇ ਚੱਲਦੀ ਹੈ, ਪ੍ਰਭੂ ਮਾਰਗ ਤੋਂ ਉਲਟ ਮੰਦੇ ਕਰਮ ਕਮਾਉਂਦੀ ਹੈ, ਫਲ ਲੱਗਣ ਦੇ ਬਾਵਜੂਦ ਵੀ ਉਹ ਅਫਲ ਹੈ, ਉਹ ਸੰਤਾਨ ਨੂੰ ਸੰਤਾਨ ਕੀ ਆਖਿਆ ਜਾਏ।
ਸਿਮਲ ਦੀ ਮਿਸਾਲ ਦਿੱਤੀ। ਭਾਈ ਗੁਰਦਾਸ ਜੀ ਨੇ ਕਹਿਣ ਲੱਗੇ, ਉੱਚਾ ਲੰਮਾ ਝੰਟੁਲਾ ਵਿੱਚ ਬਾਗ ਦਿਸੰਦਾ, ਮੋਟਾ ਮੁੱਢ ਪਤਾਲ ਜੜ, ਬਹੁ ਗਰਭ ਕਰੰਦਾ, ਪੱਤ ਸੁਪੱਤਲ ਸੋਹਣੇ ਵਿਸਥਾਰ ਬਣੰਦਾ। ਪਰ ਨਤੀਜੇ ਕੀ ਸਨ? ਫੁੱਲ ਰੱਤੇ ਫਲ ਬਕ ਬਕੇ, ਹੋਏ ਅਫਲ ਫਲੰਦਾ। ਸਾਵਾ ਤੋਤਾ ਚੋਹ ਚੋਹਾ, ਤਿਸ ਦੇਖ ਡੁਲੰਦਾ, ਪਿੱਛੋਂ ਦੇ ਪਛਤਾਏ ਦਾ ਉਹ ਫਲ ਨਾ ਲਹੰਦਾ। ਤੋਤੇ ਆ ਕੇ ਚੁੰਝ ਮਾਰੀ, ਬੜੇ ਰੇਸ਼ੇ ਸਨ ਅੰਦਰ, ਚੁੰਝ ਫਸ ਗਈ। ਤੋਤਾ ਵੀ ਵਿਚਾਰਾ ਪ੍ਰਾਣ ਗਵਾ ਬੈਠਾ, ਰਾਸੀ ਕੋਈ ਨਹੀਂ ਮਿਲਿਆ, ਜ਼ਿੰਦਗੀ ਵੀ ਚਲੇ ਗਈ। ਕੁਲ ਵਿੱਚ ਸੰਤਾਨ ਪੈਦਾ ਹੋਵੇ ਤੇ ਇਹ ਅਰਦਾਸ ਪਹਿਲੇ ਕਰਨ ਦੀ ਜ਼ਰੂਰਤ ਹੈ, ਉਹ ਨੇਕ ਹੋਵੇ, ਭਲੀ ਹੋਵੇ, ਜੋ ਕੁਲ ਦਾ ਨਾਮ ਰੌਸ਼ਨ ਕਰ ਸਕੇ, ਜੋ ਪ੍ਰਮਾਤਮਾ ਦੀ ਭਗਤੀ ਵਾਲੀ ਹੋਵੇ। ਜਿਸ ਕੁਲ ਵਿੱਚ ਭਗਤ ਪੈਦਾ ਹੁੰਦਾ ਹੈ ਉਹੀ ਕੁਲ ਸੁਲੱਖਣੀ ਹੈ, ਨਹੀਂ ਤੇ ਉਸ ਨਾਲੋਂ ਸਤਿਗੁਰੂ ਦੇ ਬਚਨ ਹਨ, ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਸੰਤਾਨ ਹੋਵੇ ਮੁਬਾਰਕ ਹੈ, ਪਰ ਭਲੀ ਹੋਵੇ, ਨੇਕ ਹੋਵੇ, ਉਹੀ ਕੁਲ ਭਲੀ ਹੈ। ਜਿਸ ਕੁਲ ਵਿੱਚ ਹਰੀ ਦੇ ਦਾਸ ਦਾ ਜਨਮ ਹੈ। ਤੋ ਅੱਜ ਦਾ ਇਹ ਆਖਰੀ ਸ਼ਲੋਕ ਕਬੀਰ ਜੀ ਦਾ 111ਵਾਂ ਸ਼ਲੋਕ। ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸ। ਜਿਹ ਕੁਲ ਦਾਸ ਨਾ ਉਪਜੈ, ਸੋ ਕੁਲ ਢਾਕ ਪਲਾਸ। ਜਿਸ ਕੁਲ ਵਿੱਚ ਪੈਦਾ ਹੋਣ ਵਾਲੀ ਸੰਤਾਨ ਨੇਕ ਨਹੀਂ, ਰੱਬ ਤੋਂ ਟੁੱਟੀ ਹੋਈ ਹੈ, ਉਹ ਤਾਂ ਛਿਛਰੇ ਨਿਆਈ ਬੂਟਾ ਹੈ, ਜੋ ਬਦਬੂ ਵੰਡਦਾ ਨਿਕੰਮੇ ਰੁੱਖ ਵਰਗੀ। ਉਸ ਕੁਲ ਨੂੰ ਫਲ ਜਾਣਨਾ ਚਾਹੀਦਾ ਹੈ, ਉਹ ਕੋਈ ਫਲ ਵਾਲੀ ਨਹੀਂ। ਵਾਹਿਗੁਰੂ ਕਿਰਪਾ ਕਰੇ, ਜੇ ਸੰਤਾਨ ਬਖਸ਼ੇ ਤਾਂ ਉਹ ਨੇਕ ਹੋਵੇ ਅਤੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੀ ਹੋਵੇ, ਰੱਬ ਦੇ ਰਾਹ 'ਤੇ ਚੱਲਣ ਵਾਲੀ ਹੋਵੇ। ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।